लखविंदर सर। हेलो। लखविंदर जी करियो अनम्यूट। हाँ जी हाँ जी। हम्म। हेलो सर। ठीक है जी। हाँ ते जी, मैंने क्या किया ਸੀ ਆਪਣਾ ਫੋਨ ਜਿਹੜਾ ਹੈ ਤੁਸੀਂ ਦੂਜਾ ਫੜਨਾ ਹੈ है ਇਹ हॉरिजॉन्टली ਫੜਿਆ ਹੋਇਆ सर। शेयर कर सकदा स्क्रीन में अपनी? हाँ शेयर करो जी, स्क्रीन शेयर करो। ठीक है सर। फिर मैं अलाउ करा बाकियां नु, है ना। ओके सर। टाइम तो होया ही है। हाँ हाँ टाइम होया, बस स्क्रीन शेयर हाँ करो। जी, ठीक है सर। पीपीटी शेयर करो, उस तो बाद फिर ਆਪਾਂ स्टार्ट करिए। होगी स्टार्ट सर, हो रही शो? एक मिनट। हाँ जी आ गई है। ते ये जो फर्स्ट है ना स्क्रीन अपनी, है ना। ठीक है हाँ जी। जी हाँ जी। अगली पीपीटी अगे शिफ्ट करके देख लो। सेकंड पीपीटी करियो, सेकंड स्लाइड। हाँ जी बस सर, ठीक है जी, मिशन मिशन फतेह। फतेह है ना। हाँ हाँ जी, चलो आ जाओ जी। नंबर 1 ते मैं करा लाओ बाकियां नु। ठीक है सर। लो करा सर शुरू? जी, एक मिनट हजे रोक लो। ज्वाइन कर रहे हैं, 2 मिनट बाद ठीक है, करियो। ठीक है। ठीक है लखविंदर जी। ठीक है सर, ठीक है। हाँ करो जी, शुरू करो जी। ਹੈਲੋ, ਮੈਂ ਲਖਵਿੰਦਰ ਸਿੰਘ ਗਵਰਨਮੈਂਟ ਆਈਟੀਆਈ ਫਗਵਾੜਾ ਤੋਂ ਫਿਟ ਇੰਸਟ੍ਰਕਟਰ। ਸੋ ਅੱਜ ਦੀ ਮੈਂ ਪ੍ਰੈਜੈਂਟੇਸ਼ਨ ਲੈ ਕੇ ਆਇਆ ਹਾਂ, ਇਸ ਦਾ ਨਾਮ ਹੈ ਮੈਜ਼ਰਮੈਂਟ ਯੂਨਿਟਸ ਬ੍ਰਿਟਿਸ਼ ਐਂਡ ਮੈਟ੍ਰਿਕ ਟਾਈਪ। ਸੋ ਇਹਦੇ ਰਿਗਾਰਡਿੰਗ ਅੱਜ ਆਪਾਂ ਚਰਚਾ ਕਰਾਂਗੇ। ਸੋ ਸਭ ਤੋਂ ਪਹਿਲਾਂ ਮੈਂ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਬਾਰੇ ਦੱਸਣਾ ਚਾਹੂੰਗਾ। ਮਿਸ਼ਨ ਫਤਿਹ ਪੰਜਾਬ ਸਰਕਾਰ ਦੀ ਇੱਕ ਮੁਹਿੰਮ ਹੈ ਜਿਹਦੇ ਅੰਦਰ ਕਰੋਨਾ ਨੂੰ ਫੈਲਣ ਤੋਂ ਰੋਕਣ ਲਈ ਉਹਨਾਂ ਨੇ ਇੱਕ ਐਪ ਲਾਂਚ ਕੀਤੀ ਹੈ। ਉਹਦਾ ਨਾਮ ਹੈ ਕੋਵਾ। ਉਹਦੇ ਅੰਡਰ ਇੱਕ ਸਕੀਮ ਹੈ ਮਿਸ਼ਨ ਫਤਿਹ, ਉਹਨੂੰ ਜੁਆਇਨ ਕਰੋ ਤੇ ਜੁਆਇਨ ਕਰਵਾਓ। ਤੇ ਉਸ ਤੋਂ ਬਾਅਦ ਆਪਣੇ ਕੋਲ ਅੱਜ ਕੀ ਪੜ੍ਹਨ ਵਾਲੇ ਹਾਂ, ਅੱਜ ਦੇ ਲੈਕਚਰ ਅਸੀਂ ਪੜ੍ਹਨ ਜਾ ਰਹੇ ਹਾਂ ਕਿ ਮੈਜ਼ਰਮੈਂਟ ਕੀ ਹੈ, ਮਾਪ ਕੀ ਹੈ, ਮਾਪ ਦਾ ਉਦੇਸ਼ ਕੀ ਹੈ, ਪਰਪਸ ਕੀ ਹੈ, ਮਾਪ ਕਿਵੇਂ, ਕਿੰਨੇ ਸਿਸਟਮ ਹੈ ਮਾਪ ਜਿਹਦੇ ਅੰਡਰ ਆਪਾਂ ਮਾਪ ਲੈ ਸਕਦੇ ਹਾਂ। ਉਸ ਤੋਂ ਬਾਅਦ ਮੈਟ੍ਰਿਕ ਯੂਨਿਟ, ਮੈਟ੍ਰਿਕ ਸਿਸਟਮ ਕੀ ਹੈ, ਬ੍ਰਿਟਿਸ਼ ਸਿਸਟਮ ਕੀ ਹੈ, ਤੇ ਮੈਟ੍ਰਿਕ ਸਿਸਟਮ ਨੂੰ ਬ੍ਰਿਟਿਸ਼ ਦੇ ਵਿੱਚ ਕਿਵੇਂ ਕਨਵਰਟ ਕੀਤਾ ਜਾਂਦਾ ਹੈ, ਜਾਂ ਬ੍ਰਿਟਿਸ਼ ਸਿਸਟਮ ਨੂੰ ਮੈਟ੍ਰਿਕ ਸਿਸਟਮ ਕਿਵੇਂ ਕਨਵਰਟ ਕੀਤਾ ਜਾਂਦਾ ਹੈ। ਇਹ ਆਬਜੈਕਟਿਵ ਨੇ ਸਾਡੇ। ਸੋ ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਕਿ ਮੈਜ਼ਰਮੈਂਟ ਜਾਂ ਮਾਪ, ਉਹਦੀ ਪਰਿਭਾਸ਼ਾ ਕੀ ਹੈ। ਸੋ ਜਿਵੇਂ ਕਿ ਮੈਜ਼ਰਮੈਂਟ ਦਾ ਮਤਲਬ ਹੈ ਕਿ ਮਾਪ। ਸੋ ਇਹ ਸਾਨੂੰ ਦੱਸਦਾ ਹੈ ਕਿ ਅਸੀਂ ਕਿਸੇ ਚੀਜ਼ ਦਾ ਮਾਪ ਲੈ ਰਹੇ ਹਾਂ, ਉਹਦੀ ਪ੍ਰੋਸੈਸ ਕੀ ਹੈ। ਸੋ ਮਾਪ ਕੀ ਹੈ, ਕੋਈ ਵੀ ਫਿਜ਼ੀਕਲ ਕੁਆਂਟੀਟੀ ਹੈ, ਜਿਵੇਂ ਕਿ ਲੈਂਥ ਹੈ, weight ਹੈ, ਟਾਈਮ ਹੈ, ਟੈਂਪਰੇਚਰ ਹੈ, ਉਹਦੇ ਨਾਲ ਕੋਈ ਨਾ ਕੋਈ ਆਪਾਂ ਨੰਬਰ ਜੋੜਦੇ ਹਾਂ। ਉਹ ਨੰਬਰ ਜੋ ਜੋੜਦੇ ਹਾਂ ਉਹ ਕੋਈ ਨਾ ਕੋਈ ਸਾਨੂੰ ਵੈਲਿਊ ਦੱਸਦਾ ਹੈ ਉਸ ਕੁਆਂਟੀਟੀ ਦੀ। ਉਸ ਚੀਜ਼ ਨੂੰ ਆਪਾਂ ਮੈਜ਼ਰਮੈਂਟ ਕਹਿ ਦਿੰਦੇ ਹਾਂ। ਸੋ ਮੈਜ਼ਰਮੈਂਟ ਆਪਣੀ ਡੇ ਟੂ ਡੇ ਲਾਈਫ ਵਿੱਚ ਕਿਵੇਂ ਇੰਪੋਰਟੈਂਟ ਹੈ ਉਹ ਦੇਖ ਰਹੇ ਹਾਂ ਆਪਾਂ। ਜਿਵੇਂ ਕਿ ਆਪਾਂ ਬਾਜ਼ਾਰ ਜਾਂਦੇ ਹਾਂ, ਕੋਈ ਵੀ ਚੀਜ਼ ਆਪਾਂ ਖਰੀਦਦੇ ਹਾਂ, ਦੁਕਾਨਦਾਰ ਨੇ ਆਪਣੇ ਕੋਲ ਇੱਕ ਵੇਇੰਗ ਮਸ਼ੀਨ ਰੱਖੀ ਹੁੰਦੀ ਹੈ। ਵੇਇੰਗ ਮਸ਼ੀਨ ਦੇ ਉੱਪਰ ਕੋਈ ਵੀ
ਚੀਜ਼ ਉਹ ਰੱਖਦਾ ਹੈ, ਪੁੱਟ ਕਰਦਾ ਹੈ, ਉਹਦਾ ਕੋਈ ਨਾ ਕੋਈ ਮਾਪ ਸ਼ੋ ਕਰਦਾ ਸਾਨੂੰ ਕਿ ਉਹ 10 ਕਿਲੋ ਹੈ, 5 ਗ੍ਰਾਮ ਹੈ, ਕੋਈ ਨਾ ਕੋਈ ਐਲੀਮੈਂਟ ਸ਼ੋ ਕਰਦਾ ਹੈ। ਸੋ ਜਿਵੇਂ ਕਿ ਇੱਕ ਅਗਲੀ ਡਾਇਗਰਾਮ ਦੇ ਵਿੱਚ ਦਿਖ ਰਿਹਾ ਹੈ ਕਿ ਇੱਕ ਬੰਦਾ ਜਾ ਰਿਹਾ, ਦੁੱਧ ਲੈਣ ਜਾ ਰਿਹਾ, ਉਹਨੂੰ ਦੁੱਧ ਮਾਪ ਕੇ ਦਿੱਤਾ ਜਾ ਰਿਹਾ ਹੈ। ਤੀਜੀ ਡਾਇਗਰਾਮ ਦੇ ਵਿੱਚ ਸ਼ੋ ਹੋ ਰਿਹਾ ਹੈ ਕਿ ਇੱਕ ਬੰਦਾ ਦਰਜੀ ਕੋ ਗਿਆ ਹੈ, ਦਰਜੀ ਉਸਦਾ ਮਾਪ ਲੈ ਰਿਹਾ ਹੈ ਤੇ ਉਸ ਤੋਂ ਬਾਅਦ ਡਾਕਟਰ ਕੋ ਗਏ हैं, ਡਾਕਟਰ ਨੂੰ ਅਸੀਂ ਦੱਸਦੇ ਹਾਂ ਕਿ ਸਾਨੂੰ ਬੁਖਾਰ ਹੋਇਆ ਹੈ, ਉਹ ਮਾਪ ਲੈ ਰਿਹਾ ਸਾਡੀ ਬੋਡੀ ਦਾ, ਟੈਂਪਰੇਚਰ ਦਾ ਮਾਪ ਲੈ ਰਿਹਾ। ਸੋ ਪਹਿਲੀ ਡਾਇਗਰਾਮ ਦੇ ਵਿੱਚ ਕੀ ਸ਼ੋ ਹੋ ਰਿਹਾ, weight ਕਿੰਨਾ ਉਹਦਾ ਮਾਸ ਹੈ। ਦੂਜੀ ਡਾਇਗਰਾਮ ਸ਼ੋ ਹੋ ਰਿਹਾ ਕਿ ਉਹਦਾ ਕਿੰਨਾ ਵੋਲਿਊਮ ਹੈ। ਤੀਜੀ ਡਾਇਗਰਾਮ ਸ਼ੋ ਹੋ ਰਿਹਾ ਹੈ ਕਿ ਕਿੰਨੀ ਉਹਦੀ ਲੈਂਥ ਹੈ। ਚੌਥੀ ਡਾਇਗਰਾਮ ਸ਼ੋ ਹੋ ਰਿਹਾ ਹੈ ਕਿ ਕਿੰਨਾ ਉਹਦਾ ਟੈਂਪਰੇਚਰ ਹੈ। ਸਾਰੀਆਂ ਕੁਆਂਟੀਟੀਜ਼ ਹੈ ਉਹਨੂੰ ਮਾਪਣ ਲਈ ਕੋਈ ਨਾ ਕੋਈ ਉਹਨਾਂ ਕੋਲ ਯੂਨਿਟ ਹੈ, ਉਸ ਯੂਨਿਟ ਨੂੰ ਹੀ ਆਪਾਂ ਡਿਸਕਸ ਕਰਦੇ ਹਾਂ। ਸੋ ਮੈਜ਼ਰਮੈਂਟ ਨੂੰ ਮਾਪਣ ਦੇ ਸਾਡੇ ਕੋਲ ਦੋ ਜ਼ਰੀਏ ਆ ਮੇਨ। ਪਹਿਲਾ ਸਿਸਟਮ ਹੈ ਉਹਨੂੰ ਕਹਿੰਦੇ ਆ ਆਪਾਂ ਮੈਟ੍ਰਿਕ ਸਿਸਟਮ, ਦੂਜੇ ਨੂੰ ਕਹਿੰਦੇ ਆ ਬ੍ਰਿਟਿਸ਼ ਸਿਸਟਮ। ਸੋ ਆਪਾਂ ਇਹ ਦੋਨੋਂ ਟੌਪਿਕ ਹੈ ਜਿਹੜੇ ਉਹ ਡਿਟੇਲ 'ਚ ਡਿਸਕਸ ਕਰਨੇ ਆ ਕਿ ਮੈਟ੍ਰਿਕ ਸਿਸਟਮ ਕੀ ਹੈ ਤੇ ਬ੍ਰਿਟਿਸ਼ ਸਿਸਟਮ ਕੀ ਹੈ, ਆਪਣੇ ਇੰਡੀਆ ਵਿੱਚ ਕਿਹੜਾ ਚੱਲਦਾ ਹੈ ਤੇ ਬਾਹਰ ਕਿਹੜਾ ਚੱਲਦਾ ਹੈ। ਸੋ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਮੈਟ੍ਰਿਕ ਸਿਸਟਮ ਕੀ ਹੈ। ਮੈਟ੍ਰਿਕ ਸਿਸਟਮ ਦੇ ਵਿੱਚ ਆਪਾਂ ਜਿੰਨੀਆਂ ਵੀ ਫਿਜ਼ੀਕਲ ਕੁਆਂਟੀਟੀ ਹੈ, ਚਾਹੇ ਉਹ ਲੰਬਾਈ ਹੈ, ਚਾਹੇ ਉਹ ਮਾਸ ਜਾਂ weight ਹੈ, ਚਾਹੇ ਵੋਲਿਊਮ ਹੈ, ਟੈਂਪਰੇਚਰ ਹੈ ਜਾਂ ਟਾਈਮ ਹੈ, ਇਹਨਾਂ ਨੂੰ ਮਾਪਣ ਦੇ ਲਈ ਆਪਾਂ ਕਿਹੜੇ ਕਿਹੜੇ ਯੂਨਿਟ ਦਾ ਇਸਤੇਮਾਲ ਕਰਦੇ ਹਾਂ ਉਹੀ ਅਸੀਂ ਮੈਟ੍ਰਿਕ ਸਿਸਟਮ ਵਿੱਚ ਪੜਾਂਗੇ। तो शुरुआत करते हैं पहला लेंथ, लंबाई। सो मैट्रिक सिस्टम ਦੇ ਵਿੱਚ ਪਹਿਲਾਂ ਲੰਬਾਈ ਨੂੰ ਮਾਪਣ ਦੇ ਲਈ ਜਿਹੜਾ ਸਾਡੇ ਕੋਲ ਜ਼ਰੀਆ ਹੈ, ਜਿਵੇਂ ਕਿ ਮੈਟ੍ਰਿਕ ਸਿਸਟਮ ਜਿਹੜਾ ਬਣਿਆ ਆ ਉਹ ਮੀਟਰ ਤੋਂ ਬਣਿਆ, ਮੀਟਰ ਤੋਂ ਮੈਟ੍ਰਿਕ ਬਣਿਆ ਹੈ। ਸੋ ਇਹਦਾ ਜਿਹੜਾ ਯੂਨਿਟ ਹੈ ਜਿਹਨਾਂ ਆਪਾਂ ਮਾਪਦੇ ਹਾਂ ਉਹ ਮੀਟਰ ਹੈ। ਸੋ ਮੈਟ੍ਰਿਕ ਸਿਸਟਮ ਦੇ ਵਿੱਚ ਸਭ ਤੋਂ ਛੋਟਾ ਯੂਨਿਟ ਜਿਹੜਾ ਹੈਗਾ ਉਹ ਮਿਲੀਮੀਟਰ ਹੈ। ਮਿਲੀਮੀਟਰ ਤੋਂ ਬਾਅਦ ਸੈਂਟੀਮੀਟਰ ਹੈ, ਸੈਂਟੀਮੀਟਰ ਤੋਂ ਬਾਅਦ ਡੈਸੀਮੀਟਰ ਹੈ, ਡੈਸੀਮੀਟਰ ਤੋਂ ਬਾਅਦ ਮੀਟਰ ਹੈ, ਫਿਰ ਡੈਕਾਮੀਟਰ ਹੈ, ਹੈਕਟੋਮੀਟਰ ਹੈ ਤੇ ਕਿਲੋਮੀਟਰ ਹੈ। ਇਹਨਾਂ ਦੀ ਜਦੋਂ ਵੀ ਆਪਾਂ ਸਿੰਬਲਾਈਜ਼ ਕਰਨਾ ਹੈ ਹਮੇਸ਼ਾ ਕੈਪੀਟਲ ਲੈਟਰਸ ਵੀ ਸਮਾਲ ਲੈਟਰਸ ਕਰਨਾ ਹੈ। ਮਿਲੀਮੀਟਰ ਨੂੰ mm ਦੇ ਨਾਲ ਲਿਖਣਾ ਹੈ, ਸੈਂਟੀਮੀਟਰ ਨੂੰ cm ਦੇ ਨਾਲ ਲਿਖਣਾ ਹੈ, ਡੈਸੀਮੀਟਰ ਨੂੰ dm ਦੇ ਨਾਲ ਲਿਖਣਾ ਹੈ, ਮੀਟਰ ਨੂੰ ਛੋਟੇ m ਦੇ ਨਾਲ ਲਿਖਣਾ ਹੈ, ਡੈਕਾਮੀਟਰ ਨੂੰ dam ਜਾਂ dkm ਨਾਲ ਲਿਖਣਾ ਹੈ, ਹੈਕਟੋਮੀਟਰ ਨੂੰ HM ਦੇ ਨਾਲ ਲਿਖਣਾ ਹੈ ਤੇ ਕਿਲੋਮੀਟਰ ਨੂੰ KM ਦੇ ਨਾਲ ਲਿਖਣਾ ਹੈ। ਹੁਣ ਇਹਨੂੰ ਕਨਵਰਟ ਕਰਨ ਦਾ ਤਰੀਕਾ ਕੀ ਹੈ, ਇਹਦੇ ਵਿੱਚ ਮਲਟੀਪਲਾਈ ਤੇ ਡਿਵੀਜ਼ਨ ਹੈ 10 ਦੀ। ਜਦੋਂ ਆਪਾਂ ਰਾਈਟ ਹੈਂਡ ਸਾਈਡ ਤੋਂ ਲੈਫਟ ਹੈਂਡ ਸਾਈਡ ਵੱਲ ਜਾਂਦੇ ਹਾਂ ਤਾਂ ਆਪਾਂ ਛੋਟੇ ਤੋਂ ਵੱਡੇ ਵੱਲ ਵੱਧਦੇ ਹਾਂ। ਜੋ ਸਾਡੇ ਕੋਲ 10 ਮਿਲੀਮੀਟਰ ਹੋ ਜਾਂਦੇ ਆ ਤਾਂ ਉਹ 1 ਸੈਂਟੀਮੀਟਰ ਬਣ ਜਾਂਦਾ ਹੈ। ਸਿਮਿਲਰਲੀ ਜੇ 10 ਸੈਂਟੀਮੀਟਰ ਹੋ ਜਾਂਦੇ ਆ ਤਾਂ ਸਾਡੇ ਕੋਲ 1 ਡੈਸੀਮੀਟਰ ਬਣ ਜਾਂਦਾ ਹੈ। ਜੋ ਸਾਡੇ ਕੋਲ 10 ਡੈਸੀਮੀਟਰ ਹੋ ਜਾਂਦੇ ਆ ਤੇ ਸਾਡੇ ਕੋਲ 1 ਮੀਟਰ ਬਣ ਜਾਂਦਾ ਹੈ। ਸਿਮਿਲਰਲੀ ਜੇ 10 ਮੀਟਰ ਹੋ ਜਾਂਦੇ ਆ ਸਾਡੇ ਕੋਲ 1 ਡੈਕਾਮੀਟਰ ਬਣ ਜਾਂਦਾ ਹੈ। 10 ਡੈਕਾਮੀਟਰ ਜਦੋਂ ਹੋ ਜਾਂਦੇ ਆ ਸਾਡੇ ਕੋਲ 1 ਹੈਕਟੋਮੀਟਰ ਬਣ ਜਾਂਦਾ ਹੈ। ਉਸ ਤੋਂ ਬਾਅਦ ਜੇ 10 ਹੈਕਟੋਮੀਟਰ ਹੋ ਜਾਂਦੇ ਆ ਤਾਂ 1 ਕਿਲੋਮੀਟਰ ਬਣ ਜਾਂਦਾ ਹੈ। ਸੋ ਇਹ ਜਿਹੜੇ ਯੂਨਿਟਸ ਹੈ ਇਹਨਾਂ ਨੂੰ ਆਪਸ ਵਿੱਚ ਕਨਵਰਟ ਵੀ ਕਰ ਸਕਦੇ ਹਾਂ। ਜਿਵੇਂ ਆਪਾਂ ਬੜੇ ਤੋਂ ਛੋਟੇ ਵੱਲ ਜਾਣਾ ਆ ਫਿਰ ਆਪਾਂ ਡਿਵਾਈਡ ਕਰਨਾ ਆ, ਜੋ ਛੋਟੇ ਤੋਂ ਬੜੇ ਵੱਲ ਜਾਣਾ ਆ ਫਿਰ ਆਪਾਂ ਨੇ ਮਲਟੀਪਲਾਈ ਕਰਨਾ। ਜਿਵੇਂ ਕਿ 1 ਕਿਲੋਮੀਟਰ ਹੈ, 1 ਕਿਲੋਮੀਟਰ ਨੂੰ ਆਪਾਂ ਕਨਵਰਟ ਕਰਨਾ ਹੋਵੇ ਮਿਲੀਮੀਟਰ ਦੇ ਵਿੱਚ ਫਿਰ ਆਪਾਂ ਕੀ ਕਰਾਂਗੇ, 1 ਕਿਲੋਮੀਟਰ 'ਚ ਪਹਿਲਾਂ ਹੈਕਟੋਮੀਟਰ ਦੇਖਾਂਗੇ ਕਿੰਨੇ ਆ 10 ਵਾ, ਫਿਰ ਆਪਾਂ 10 ਹੈਕਟੋਮੀਟਰ ਦੇ ਡੈਕਾਮੀਟਰ ਬਣਾਵਾਂਗੇ ਤੇ ਆਪਣੇ ਕੋਲ 100 ਡੈਕਾਮੀਟਰ ਬਣ ਜਾਣਗੇ। 100 ਡੈਕਾਮੀਟਰ ਦੇ ਆਪਾਂ ਮੀਟਰ ਬਣਾਵਾਂਗੇ ਜੋ ਕਿ ਸਾਡੇ ਕੋਲ 1000 ਮੀਟਰ ਬਣ ਜਾਏਗਾ। 1000 ਮੀਟਰ ਦਾ ਫਿਰ ਡੈਸੀਮੀਟਰ ਬਣਾਵਾਂਗੇ ਜੋ ਕਿ ਸਾਡੇ ਕੋਲ 10000 ਡੈਸੀਮੀਟਰ ਬਣ ਜਾਣਗੇ। 10000 ਡੈਸੀਮੀਟਰ ਦੇ ਆਪਾਂ ਸੈਂਟੀਮੀਟਰ ਬਣਾਵਾਂਗੇ ਜੋ ਕਿ ਸਾਡੇ ਕੋਲ 1 ਲੱਖ ਸੈਂਟੀਮੀਟਰ ਬਣ ਜਾਏਗਾ। 1 ਲੱਖ ਸੈਂਟੀਮੀਟਰ ਦੇ ਆਪਾਂ ਮਿਲੀਮੀਟਰ ਬਣਾਵਾਂਗੇ ਜੋ ਕਿ 10 ਲੱਖ ਮਿਲੀਮੀਟਰ ਬਣ ਜਾਣਗੇ। ਯੂਨਿਟ ਜਿਹੜੇ ਆ ਇਹ ਸੇਮ ਇਹੀ ਰਹੇਗਾ। ਉਸ ਤੋਂ ਬਾਅਦ ਜਦੋਂ ਆਪਾਂ ਛੋਟੇ ਤੋਂ ਬੜੇ ਵੱਲ ਜਾਣਾ ਹੈ ਫਿਰ ਆਪਾਂ ਮਲਟੀਪਲਾਈ ਨਹੀਂ ਕਰਨਾ, ਫਿਰ ਆਪਾਂ ਡਿਵਾਈਡ ਕਰਨਾ। ਫॉर एग्जांपल ਉਦਾਹਰਨ ਦੇ ਤੌਰ ਤੇ ਅਸੀਂ ਇਹ ਦੇਖਦੇ ਹਾਂ ਕਿ 1 ਕਿਲੋਮੀਟਰ ਨੂੰ ਆਪਾਂ ਕਨਵਰਟ ਕਰ ਰਹੇ ਹਾਂ ਸੈਂਟੀਮੀਟਰਾਂ ਦੇ ਵਿੱਚ। ਫਿਰ ਆਪਾਂ ਸਟੈਪ ਦੇਖਦੇ ਹਾਂ ਇਹਦੇ ਵਿਚਕਾਰ ਸਟੈਪ ਕਿੰਨੇ ਆ ਰਹੇ, ਜਿੰਨੇ ਸਟੈਪ ਆਣਗੇ ਉਨੀਆਂ ਹੀ ਜ਼ੀਰੋ ਆਉਣਗੀਆਂ।
ਹੁਣ ਆਪਾਂ 1 ਕਿਲੋਮੀਟਰ ਤੇ 1 ਸੈਂਟੀਮੀਟਰ ਸਟੈਪ ਦੇਖੀਏ, ਸਟੈਪ ਆਉਂਦੇ ਆਪਣੇ ਕੋਲ ਹੈਕਟੋਮੀਟਰ ਦਾ ਸਟੈਪ, ਡੈਕਾਮੀਟਰ ਦਾ ਸਟੈਪ, ਫਿਰ ਉਸ ਤੋਂ ਬਾਅਦ ਮੀਟਰ ਦਾ ਸਟੈਪ, ਡੈਸੀਮੀਟਰ ਦਾ ਤੇ ਸੈਂਟੀਮੀਟਰ ਦਾ। ਸੋ ਆਪਣੇ ਕੋਲ 5 ਸਟੈਪ ਆ ਰਿਹਾ ਹੈ। ਉਹ 5 ਸਟੈਪ ਦਾ ਮਤਲਬ ਆਪਣੇ ਕੋਲ 5 ਜ਼ੀਰੋ ਆ ਗਈਆਂ। ਸੋ 1 ਕਿਲੋਮੀਟਰ ਦੇ ਵਿੱਚ ਸਾਡੇ ਕੋਲ ਤਕਰੀਬਨ 1 ਲੱਖ ਸੈਂਟੀਮੀਟਰ ਬਣ ਜਾਂਦੇ ਆ। ਹੁਣ ਫੋਰ ਐਗਜ਼ਾਮਪਲ ਜੇ ਆਪਾਂ ਇਹਨੂੰ ਥੋੜਾ ਕੰਸਟਰਕਟਿਵ ਵੇ ਨਾਲ ਸਮਝਾਉਣਾ ਹੋਵੇ, ਆਪਾਂ ਕਹਿ ਸਕਦੇ ਹਾਂ ਮਲੇਸ਼ੀਆ ਦੇ ਵਿੱਚ ਫੋਰ ਐਗਜ਼ਾਮਪਲ ਹੈ, ਮਲੇਸ਼ੀਆ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਲੰਬਾ ਬ੍ਰਿਜ ਜਿਹੜਾ ਹੈ, ਠੀਕ ਹੈ, ਉਹ ਹੈਗਾ ਪੈਨਾਂਗ ਬ੍ਰਿਜ। ਉਹਦੀ ਲੰਬਾਈ 13.5 ਕਿਲੋਮੀਟਰ ਹੈ। 13.5 ਉਹਦੀ ਮੈਜ਼ਰਮੈਂਟ ਹੋ ਗਈ, ਕਿਲੋਮੀਟਰ ਕੀ ਹੋ ਗਿਆ, ਉਹਦਾ ਯੂਨਿਟ ਹੋ ਗਿਆ, ਤਾਂ ਪਤਾ ਲੱਗ ਰਿਹਾ ਸਾਨੂੰ ਇਹ ਮੀਟ੍ਰਿਕ ਯੂਨਿਟ। ਆਪਾਂ ਇਹਨੂੰ ਕਨਵਰਟ ਕਰਨਾ ਹੈ ਕਿਲੋਮੀਟਰਾਂ ਮੀਟਰ ਦੇ ਵਿੱਚ। ਫਿਰ ਕਨਵਰਟ ਕਿਵੇਂ ਕਰਾਂਗੇ, ਫਿਰ ਆਪਾਂ ਦੇਖਾਂਗੇ ਕਿ ਕਿਲੋਮੀਟਰ ਦੇ ਵਿੱਚ ਹੈਕਟੋਮੀਟਰ ਕਿੰਨੇ ਆ, ਡੈਕਾਮੀਟਰ ਕਿੰਨੇ ਆ, ਮੀਟਰ ਕਿੰਨੇ ਆ। ਆਪਾਂ ਦੇਖਿਆ ਕਿ ਇਹਦੇ ਵਿੱਚ 3 ਸਟੈਪ ਆਉਂਦੇ ਆ ਕਿਲੋਮੀਟਰ ਤੇ ਮੀਟਰ ਦੇ ਵਿਚਕਾਰ, ਹੈਕਟੋਮੀਟਰ ਦਾ, ਡੈਕਾਮੀਟਰ ਦਾ ਤੇ ਮੀਟਰ। ਸੋ ਇਹਦਾ ਮਤਲਬ ਕੀ ਹੈ 13, 1 ਕਿਲੋਮੀਟਰ ਨੂੰ ਜੇ ਮੀਟਰ 'ਚ ਕਨਵਰਟ ਕਰਨਾ ਹੋਵੇ ਉਹਨੂੰ 1000 ਨਾਲ ਮਲਟੀਪਲਾਈ ਕਰਾਂਗੇ। तो 1000 ਨਾਲ ਜੇ ਮਲਟੀਪਲਾਈ ਕਰਦੇ ਹਾਂ 13.5 ਕਿਲੋਮੀਟਰ ਨੂੰ 1000 ਦੇ ਨਾਲ, ਸਾਡੇ ਕੋਲ 13500 ਮੀਟਰ ਆਉਂਦੇ। ਸੋ ਇਸ ਤਰੀਕੇ ਨਾਲ ਆਪਾਂ ਮੀਟ੍ਰਿਕ ਯੂਨਿਟ ਦੇ ਵਿੱਚ ਜਿਹੜੇ ਅਲੱਗ-ਅਲੱਗ ਸਾਡੇ ਕੋਲ ਯੂਨਿਟਸ ਹੈਗੇ ਆ, ਮਿਲੀਮੀਟਰ, ਸੈਂਟੀਮੀਟਰ, ਡੈਸੀਮੀਟਰ, ਮੀਟਰ, ਡੈਕਾਮੀਟਰ, ਹੈਕਟੋਮੀਟਰ, ਕਿਲੋਮੀਟਰ, ਇਹਨਾਂ ਨੂੰ ਆਪਸ ਦੇ ਵਿੱਚ ਵੀ ਆਪਾਂ। ਉਸ ਤੋਂ ਬਾਅਦ ਆਉਂਦਾ ਹੈ ਮੀਟ੍ਰਿਕ ਸਿਸਟਮ ਦੇ ਵਿੱਚ weight ਜਾਂ ਫਿਰ ਮਾਸ। ਫਿਰ ਉਹੀ ਚੀਜ਼ਾਂ ਆਉਣਗੀਆਂ, ਜਿਹੜਾ ਵੀ ਮੀਟ੍ਰਿਕ ਸਿਸਟਮ 'ਚ ਯੂਨਿਟ ਹੋਏਗਾ, ਸਭ ਤੋਂ ਪਹਿਲਾਂ ਛੋਟਾ ਯੂਨਿਟ ਜਿਹੜਾ ਸ਼ੁਰੂ ਹੋਏਗਾ ਉਹ ਮਿਲੀ ਤੋਂ ਸ਼ੁਰੂ ਹੋਏਗਾ। ਮਿਲੀ ਤੋਂ ਬਾਅਦ ਸੈਂਟੀ ਆਏਗਾ, ਸੈਂਟੀ ਤੋਂ ਬਾਅਦ ਡੈਸੀ ਆਏਗਾ, ਡੈਸੀ ਤੋਂ ਬਾਅਦ ਕੋਈ ਯੂਨਿਟ ਆਏਗਾ, ਫਿਰ ਡੈਕਾ ਆਏਗਾ, ਫਿਰ ਹੈਕਟੋ ਆਏਗਾ, ਫਿਰ ਕਿਲੋ ਆਏਗਾ। ਸੋ ਇਹਦੇ ਵਿੱਚ ਜਿਹੜਾ weight ਦਾ ਯੂਨਿਟ ਹੈ ਉਹ ਹੈਗਾ ਸਾਡੇ ਕੋਲ ਗ੍ਰਾਮ। ਸੋ ਸਾਰਿਆਂ ਨੂੰ ਆਪਾਂ ਗ੍ਰਾਮ ਐਡ ਕਰ ਦੇਵਾਂਗੇ, ਮਿਲੀਗ੍ਰਾਮ, ਸੈਂਟੀਗ੍ਰਾਮ, ਡੈਸੀਗ੍ਰਾਮ, ਗ੍ਰਾਮ, ਡੈਕਾਗ੍ਰਾਮ, ਹੈਕਟੋਗ੍ਰਾਮ ਤੇ ਕਿਲੋਗ੍ਰਾਮ। ਸੇਮ ਉਹੀ ਪ੍ਰੋਸੀਜਰ ਹੈ। ਜਦੋਂ 10 ਸੈਂਟੀਗ੍ਰਾਮ ਬਣਦੇ ਆ, ਜਦ 10 ਮਿਲੀਗ੍ਰਾਮ ਬਣਦੇ ਆ ਤਾਂ ਉਹ 1 ਸੈਂਟੀਗ੍ਰਾਮ ਦੇ ਬਰਾਬਰ ਹੋ ਜਾਂਦੇ। ਸਿਮਿਲਰਲੀ 10 ਸੈਂਟੀਗ੍ਰਾਮ ਦਾ 1 ਡੈਸੀਗ੍ਰਾਮ ਬਣਦਾ ਹੈ, 10 ਡੈਸੀਗ੍ਰਾਮ ਦਾ 1 ਗ੍ਰਾਮ ਬਣਦਾ ਹੈ, 10 ਗ੍ਰਾਮ ਦਾ 1 ਡੈਕਾਗ੍ਰਾਮ ਬਣਦਾ ਹੈ, 10 ਡੈਕਾਗ੍ਰਾਮ ਦਾ 1 ਹੈਕਟੋਗ੍ਰਾਮ ਬਣਦਾ ਹੈ ਤੇ 10 ਹੈਕਟੋਗ੍ਰਾਮ ਦਾ 1 ਕਿਲੋਗ੍ਰਾਮ ਬਣਦਾ ਹੈ। ਸਿਮਿਲਰਲੀ ਆਪਾਂ ਕੀ ਕਰ ਰਹੇ ਹਾਂ, ਆਪਾਂ ਛੋਟੇ ਤੋਂ ਵੱਡੇ ਵੱਲ ਸ਼ਿਫਟ ਕਰਨਾ ਹੈ, ਫਿਰ ਆਪਾਂ ਰਾਈਟ ਹੈਂਡ ਸਾਈਡ ਟੂ ਲੈਫਟ ਹੈਂਡ ਸਾਈਡ ਆਉਣਾ ਹੈ। ਜੋ ਆਪਾਂ ਬੜੇ ਤੋਂ ਛੋਟੇ ਵੱਲ ਜਾਣਾ ਹੈ, ਫਿਰ ਆਪਾਂ ਲੈਫਟ ਹੈਂਡ ਸਾਈਡ ਟੂ ਰਾਈਟ ਹੈਂਡ ਸਾਈਡ ਜਾਣਾ ਹੈ। ਸੋ ਆਪਣੇ ਕੋਲ ਪ੍ਰੈਕਟੀਕਲ ਯੂਨਿਟਸ ਵੀ ਹੈਗੇ ਆ weight ਦੇ। weight ਦੇ ਪ੍ਰੈਕਟੀਕਲ ਯੂਨਿਟਸ ਕਿਹੜੇ-ਕਿਹੜੇ ਆਪਣੇ ਕੋਲ ਜੀ? ਕਿਲੋਗ੍ਰਾਮ ਤੋਂ ਵੀ ਵੱਡਾ ਆਪਣਾ ਯੂਨਿਟ ਹੁੰਦਾ ਹੈ, ਉਹਨੂੰ ਆਪਾਂ ਮੀਟ੍ਰਿਕ ਟਨ ਬੋਲਦੇ ਹਾਂ। ਮੀਟ੍ਰਿਕ ਟਨ ਦੇ ਵਿੱਚ 1000 ਕਿਲੋਗ੍ਰਾਮ ਹੁੰਦੇ ਆ, 1000 ਕਿਲੋਗ੍ਰਾਮ। ਉਸ ਤੋਂ ਬਾਅਦ ਜੇ ਆਪਾਂ ਦਾਲਾਂ ਦੀ ਗੱਲ ਕਰਦੇ ਹਾਂ ਜਾਂ ਹੋਰ ਗੱਲ ਕਰਦੇ ਹਾਂ, ਉਹਨਾਂ ਵਿੱਚ 100 ਕਿਲੋਗ੍ਰਾਮ ਨੂੰ ਆਪਾਂ 1 ਕੁਆਂਟਲ ਕਹਿੰਦੇ ਹਾਂ। ਜਿਵੇਂ ਕਿ ਅਨਾਜ ਨੂੰ ਆਪਾਂ ਕੁਆਂਟਲ ਦੇ ਵਿੱਚ ਮਾਪਦੇ ਹਾਂ, ਹੋਰ ਜਿੰਨੀਆਂ ਵੀ ਦਾਲਾਂ ਆ ਉਹਨਾਂ ਨੂੰ ਆਪਾਂ ਕੁਆਂਟਲ ਦੇ ਵਿੱਚ ਮਾਪਦੇ ਹਾਂ। ਉਸ ਤੋਂ ਬਾਅਦ ਵੋਲਿਊਮ ਹੈ, ਵੋਲਿਊਮ ਦੇ ਵਿੱਚ ਵੀ ਉਹੀ ਯੂਨਿਟ ਹੋਣਗੇ, ਬਸ ਵੋਲਿਊਮ ਦੇ ਵਿੱਚ ਆਪਣੇ ਕੋਲ ਜਿਹੜਾ ਯੂਨਿਟ ਹੈਗਾ ਉਹ ਲੀਟਰ ਰੱਖਣਾ। ਵੋਲਿਊਮ ਦਾ ਯੂਨਿਟ ਲੀਟਰ ਹੈ। ਐਕਚੁਅਲੀ ਸਭ ਤੋਂ ਛੋਟਾ ਯੂਨਿਟ ਮਿਲੀਲੀਟਰ ਹੋਏਗਾ, ਮਿਲੀਲੀਟਰ ਤੋਂ ਬਾਅਦ ਸੈਂਟੀ ਹੋਏਗਾ, ਸੈਂਟੀ ਤੋਂ ਬਾਅਦ ਡੈਸੀਲੀਟਰ ਹੋਏਗਾ, ਫਿਰ ਲੀਟਰ ਹੋਏਗਾ, ਫਿਰ ਡੈਕਾਲੀਟਰ ਹੋਏਗਾ, ਹੈਕਟੋਲੀਟਰ ਹੋਏਗਾ ਤੇ ਕਿਲੋਲੀਟਰ ਹੋਏਗਾ। ਸਭ ਤੋਂ ਛੋਟਾ ਯੂਨਿਟ ਮਿਲੀਲੀਟਰ ਹੈ, ਸਭ ਤੋਂ ਵੱਡਾ ਯੂਨਿਟ ਕਿਲੋਲੀਟਰ ਹੈ। ਸੇਮ ਉਹੀ ਹੈ ਕਿ 10 ਮਿਲੀਲੀਟਰ ਬਰਾਬਰ ਹੈ 1 ਸੈਂਟੀਲੀਟਰ, 10 ਸੈਂਟੀਲੀਟਰ ਬਰਾਬਰ ਹੈ 1 ਡੈਸੀਲੀਟਰ, 10 ਡੈਸੀਲੀਟਰ ਬਰਾबर है 1 लीटर, 10 लीटर बराबर है 1 डेकालीटर, 10 डेकालीटर बराबर है 1 हेक्टोलीटर ਤੇ 10 ਹੈਕਟੋਲੀਟਰ ਬਰਾਬਰ ਹੈ 1 ਕਿਲੋਲੀਟਰ ਦੇ। ਇਹਨਾਂ ਨੂੰ ਆਪਸ ਵੀ ਕਨਵਰਟ ਕਰ ਸਕਦੇ ਹਾਂ। ਫੋਰ ਐਗਜ਼ਾਮਪਲ ਜੇ ਆਪਾਂ 1 ਕਿਲੋਲੀਟਰ ਚ ਪਤਾ ਕਰਨਾ ਹੋਵੇ ਕਿ ਮਿਲੀਲੀਟਰ ਕਿੰਨੇ ਆ, ਉਹਨਾਂ ਨੂੰ ਆਪਾਂ ਮਲਟੀਪਲਾਈ ਕਰ ਦੇਵਾਂਗੇ ਜਿੰਨੀ ਵਾਰ ਆਪਣੇ ਸਟੇਸ਼ਨ ਤੇ 10 ਆਉਂਦੇ ਆ, ਸਟਾਪ ਆਉਂਦੇ ਆ, ਆਪਣੇ ਕੋਲ ਇਹ 10 ਲੱਖ ਬਣ ਜਾਏਗਾ। ਉਸ ਤੋਂ ਬਾਅਦ ਆਪਾਂ ਤਿੰਨੇ ਜਿਹੜੇ ਯੂਨਿਟ ਪੜ੍ਹੇ ਆ ਇਹਨਾਂ ਨੂੰ ਆਪਾਂ ਸਮ ਅਪ ਕਰੀਏ। ਕਈ ਵਾਰ ਆਪਾਂ ਕਨਫਿਊਜ਼ ਹੋ ਜਾਂਦੇ ਆ ਕਿ ਸਭ ਤੋਂ ਬੜਾ ਯੂਨਿਟ ਕਿਹੜਾ ਹੈ, ਸਭ ਤੋਂ ਛੋਟਾ ਯੂਨਿਟ ਕਿਹੜਾ ਹੈ। ਆਪਾਂ ਛੋਟੀਆਂ ਕਲਾਸਿਸ ਪੜ੍ਹਦੇ ਹੁੰਦੇ ਸੀਗੇ, ਇੱਕ ਰੂਲ
ਉਹ ਰੂਲ ਆਪਾਂ ਯਾਦ ਰੱਖਣਾ ਹੈ। ਕਿੰਗ ਹੈਕਟਰ ਡਿਕਲੇਅਰਸ ਯੂਨਾਈਟ ਡਿਸਾਈਡ ਚਾਕਲੇਟ ਮਿਲਕ। ਕਿੰਗ ਹੈਕਟਰ ਅਸਲ ਦੇ ਵਿੱਚ ਇਹ ਸਾਰੇ ਜਿਹੜੇ ਵਰਡਸ ਹੈ ਉਹਨਾਂ ਦਾ ਫਸਟ ਵਰਡ ਹੈ ਉਹੀ ਸਾਡੇ ਜਿਹੜੇ ਆਪਾਂ ਯੂਜ਼ ਕਰ ਰਹੇ ਉਹਨਾਂ ਨਾਲ ਹੈ। ਕਿੰਗ ਦੀ ਕੀ ਦਾ ਮਤਲਬ ਕਿਲੋ ਹੈ, ਹੈਕਟਰ ਦੀ ਐਚ ਦਾ ਮਤਲਬ ਹੈਕਟੋ ਹੈ, ਡਿਕਲੇਅਰ ਦੀ ਡੀ ਦਾ ਮਤਲਬ ਡੈਕਾ ਹੈ, ਯੂਨਾਈਟ ਦਾ ਮਤਲਬ ਯੂਨਿਟ ਲੈਣਾ। ਯੂਨਿਟ ਵਿੱਚ ਆਪਾਂ ਮੀਟਰ ਪੜਿਆ ਹੈ, ਜੇ ਲੈਂਥ ਦੀ ਗੱਲ ਕਰਦੇ ਹਾਂ। ਵੇਟ ਦੀ ਗੱਲ ਕਰਦੇ ਹਾਂ ਤਾਂ ਗ੍ਰਾਮ ਪੜਿਆ ਹੈ। ਉਸ ਤੋਂ ਬਾਅਦ ਜੇ ਆਪਾਂ ਵੋਲਿਊਮ ਦੀ ਗੱਲ ਕਰਦੇ ਹਾਂ ਤਾਂ ਲੀਟਰ ਪੜਿਆ ਹੈ, ਤੇ ਯੂਨਿਟ ਪਾ ਦੇਣਾ। ਡਿਸਾਈਡ ਦੀ ਡੀ ਦਾ ਮਤਲਬ ਡੈਸੀ ਹੈ, ਚਾਕਲੇਟ ਦੀ ਸੀ ਦਾ ਮਤਲਬ ਸੈਂਟੀ ਹੈ, ਮਿਲਕ ਦੀ ਐਮ ਦਾ ਮਤਲਬ ਮਿਲੀ ਹੈ। ਪ੍ਰੋਸੀਜਰ ਉਹੀ ਹੈ। ਮੈਂ ਸਮ ਅਪ ਕੀਤਾ ਹੈ ਕਿ ਕਨਵਰਟ ਕਿੱਦਾਂ ਕਰਨਾ ਹੈ। ਉਸ ਤੋਂ ਬਾਅਦ ਆਪਣੇ ਕੋਲ ਏਰੀਆ ਆਉਂਦਾ ਹੈ। ਏਰੀਆ ਦੇ ਯੂਨਿਟਸ ਕੀ ਹੈ ਮੈਟ੍ਰਿਕ ਸਿਸਟਮ ਦੇ ਵਿੱਚ? ਏਰੀਆ ਦੇ ਯੂਨਿਟਸ ਉਹੀ ਜੋ ਆਪਾਂ ਲੈਂਥ ਦੇ ਯੂਨਿਟ ਪੜ੍ਹੇ ਆ ਉਹਨਾਂ ਨੂੰ ਆਪਾਂ ਕਨਵਰਟ ਕਰਦੇ ਹਾਂ। ਸਭ ਤੋਂ ਪਹਿਲਾਂ ਆਉਂਦਾ ਆ 1 ਸਕੁਅਰ ਸੈਂਟੀਮੀਟਰ। 1 ਸਕੁਅਰ ਸੈਂਟੀਮੀਟਰ ਨੂੰ ਕਨਵਰਟ ਕਰਨ ਲਈ ਆਪਾਂ ਕੀ ਕਰਦੇ ਹਾਂ 1 ਸੈਂਟੀਮੀਟਰ ਬਾਈ 1 ਸੈਂਟੀਮੀਟਰ। ਆਪਾਂ ਨੂੰ 1 ਸੈਂਟੀਮੀਟਰ ਪਤਾ ਹੈ 10 ਮਿਲੀਮੀਟਰ ਦੇ ਬਰਾਬਰ ਹੈ। ਸੋ 10 ਮਿਲੀਮੀਟਰ ਬਾਈ 10 ਮਿਲੀਮੀਟਰ 100 ਸਕੁਅਰ ਮਿਲੀਮੀਟਰ। ਸੋ 1 ਸੈਂਟੀਮੀਟਰ ਬਰਾਬਰ ਹੈ 100 ਸਕੁਅਰ ਮਿਲੀਮੀਟਰ। ਉਸ ਤੋਂ ਬਾਅਦ 1 ਸਕੁਅਰ ਮੀਟਰ ਨੂੰ ਆਪਾਂ ਸੈਂਟੀਮੀਟਰ 'ਚ ਵੀ ਕਨਵਰਟ ਕਰ ਸਕਦੇ ਹਾਂ, ਮਿਲੀਮੀਟਰ 'ਚ ਵੀ ਕਨਵਰਟ ਕਰ ਸਕਦੇ ਹਾਂ। ਆਪਾਂ ਨੂੰ ਪਤਾ ਹੈ ਕਿ 1 ਮੀਟਰ ਦੇ ਵਿੱਚ 100 ਸੈਂਟੀਮੀਟਰ ਹੁੰਦੇ ਆ। ਸੋ ਆਪਾਂ 1 ਸਕੁਅਰ ਮੀਟਰ ਬਰਾਬਰ ਹੈ 100 ਸੈਂਟੀਮੀਟਰ ਬਾਈ 100 ਸੈਂਟੀਮੀਟਰ। ਆਪਣੇ ਕੋ ਆ ਜਾਏਗਾ 10,000 ਸਕੁਅਰ ਸੈਂਟੀਮੀਟਰ। ਸੋ 1 ਹੈਕਟੇਅਰ ਜਿਹੜਾ ਹੁੰਦਾ ਹੈ ਉਹਦੇ ਵਿੱਚ ਸਾਡੇ ਕੋਲ 100 ਮੀਟਰ ਹੁੰਦੇ ਆ। ਸੋ 100 ਮੀਟਰ ਬਾਈ 100 ਮੀਟਰ ਉਹ ਸਾਡੇ ਕੋਲ 1 ਹੈਕਟੇਅਰ ਬਣ ਜਾਏਗਾ। ਉਸ ਤੋਂ ਬਾਅਦ 1 ਸਕੁਅਰ ਮੀਟਰ 100 ਹੈਕਟੇਅਰ, 100 ਹੈਕਟੇਅਰ 1 ਸਕੁਅਰ ਕਿਲੋਮੀਟਰ, ਸਕੁਅਰ ਕਿਲੋਮੀਟਰ 1 ਕਿਲੋਮੀਟਰ ਬਰਾਬਰ ਹੈ 1000 ਮਿਲੀਮੀਟਰ ਜਾਂ 100 ਮੀਟਰ। ਇਹਨਾਂ ਨੂੰ ਆਪਾਂ ਕਨਵਰਟ ਕਰ ਸਕਦੇ ਹਾਂ। ਉਸ ਤੋਂ ਬਾਅਦ ਟੈਂਪਰੇਚਰ ਹੈ। ਟੈਂਪਰੇਚਰ ਦੇ ਯੂਨਿਟਸ ਆਪਣੇ ਕੋਲ 3 ਹੈ। ਸਭ ਤੋਂ ਜਿਹੜਾ ਪਹਿਲਾ ਯੂਨਿਟਸ ਆਉਂਦਾ ਹੈ ਉਹਨੂੰ ਆਪਾਂ ਸੈਲਸੀਅਸ ਕਹਿੰਦੇ ਹਾਂ। ਸੋ ਟੈਂਪਰੇਚਰ ਹੁੰਦਾ ਕੀ ਹੈ ਡਿਗਰੀ ਆਫ ਸੈਂਸੇਸ਼ਨ ਆਫ ਹੌਟਨੈਸ ਔਰ ਕੋਲਡਨੈਸ ਇਜ਼ ਨੋਨ ਐਜ਼ ਟੈਂਪਰੇਚਰ। ਮਤਲਬ ਕਿਸੇ ਚੀਜ਼ ਨੂੰ ਗਰਮ ਜਾਂ ਠੰਡਾ ਮਹਿਸੂਸ ਕਰਨ ਦੀ ਜੋ ਸਾਡੇ ਕੋਲ ਐਬਿਲਿਟੀ ਹੈ ਜਾਂ ਕੋਈ ਕੁਆਂਟੀਟੀ ਹੈ ਉਸਨੂੰ ਆਪਾਂ ਟੈਂਪਰੇਚਰ ਕਹਿੰਦੇ ਹਾਂ, ਤਾਪਮਾਨ ਕਹਿੰਦੇ ਹਾਂ। ਸੋ ਤਾਪਮਾਨ ਦਾ ਜਿਹੜਾ ਯੂਨਿਟ ਆਪਾਂ ਮਾਪਦੇ ਹਾਂ, ਸਭ ਤੋਂ ਪਹਿਲਾ ਯੂਨਿਟ ਜਿਹੜਾ ਆਪਾਂ ਮਾਪਦੇ ਹਾਂ ਉਹ ਹੈਗਾ ਸਾਡੇ ਕੋਲ ਸੈਲਸੀਅਸ। ਕੋਈ ਵੀ ਆਪਾਂ ਯੂਨਿਟ ਮਾਪਦੇ ਹਾਂ ਟੈਂਪਰੇਚਰ ਦੇ ਲਈ ਸਾਨੂੰ ਪਤਾ ਹੋਣਾ ਚਾਹੀਦਾ ਕਿ ਉਹਦਾ ਫਰੀਜ਼ਿੰਗ ਪੁਆਇੰਟ ਕੀ ਹੈ ਤੇ ਉਹਦਾ ਬੋਇਲਿੰਗ ਪੁਆਇੰਟ ਕੀ ਹੈ। ਫਰੀਜ਼ਿੰਗ ਪੁਆਇੰਟ ਉਹ ਪੁਆਇੰਟ ਹੁੰਦਾ ਹੈ ਜਿਹਦੇ ਉੱਪਰ ਬਰਫ਼ ਜੰਮਦੀ ਹੈ, ਪਾਣੀ ਕਨਵਰਟ ਹੋ ਜਾਂਦਾ, ਫੇਸ ਚੇਂਜ ਹੋ ਜਾਂਦਾ ਹੈ, ਲਿਕੁਇਡ ਤੋਂ ਸੋਲਿਡ ਬਣ ਜਾਂਦਾ ਹੈ, ਬਰਫ਼ ਬਣ ਜਾਂਦੀ ਹੈ ਉਹਦੀ। ਤੇ ਬੋਇਲਿੰਗ ਟੈਂਪਰੇਚਰ ਹੁੰਦਾ ਹੈ, ਫਿਰ ਇਹਦੇ ਵਿੱਚ ਫੇਸ ਚੇਂਜ ਹੁੰਦਾ ਹੈ, ਉਹ ਲਿਕੁਇਡ ਤੋਂ ਗੈਸ ਕਨਵਰਟ ਹੋ ਜਾਂਦਾ ਹੈ। ਸੋ ਸੈਲਸੀਅਸ ਦੇ ਵਿੱਚ ਫਰੀਜ਼ਿੰਗ ਟੈਂਪਰੇਚਰ ਹੁੰਦਾ ਆਪਣੇ ਕੋਲ 0 ਡਿਗਰੀ ਸੈਲਸੀਅਸ ਤੇ ਬੋਇਲਿੰਗ ਟੈਂਪਰੇਚਰ ਹੁੰਦਾ ਸਾਡੇ ਕੋਲ 100 ਡਿਗਰੀ ਸੈਲਸੀਅਸ। ਇਹਦੇ ਵਿੱਚ ਆਪਣੇ ਕੋਲ ਇੱਕ ਹੋਰ ਟੈਂਪਰੇਚਰ ਹੈ ਰੂਮ ਟੈਂਪਰੇਚਰ। ਰੂਮ ਟੈਂਪਰੇਚਰ ਉਹ ਟੈਂਪਰੇਚਰ ਹੁੰਦਾ ਹੈ ਨਾਰਮਲ ਆਈਡੀਅਲ ਕੰਡੀਸ਼ਨ ਦੇ ਵਿੱਚ ਜਾਂ ਐਂਬੀਐਂਟ ਕੰਡੀਸ਼ਨ ਦੇ ਵਿੱਚ ਸਾਨੂੰ ਚਾਹੀਦਾ ਹੁੰਦਾ। ਉਹ ਸਾਡੇ ਕੋਲ ਹੋਣਾ ਚਾਹੀਦਾ 21 ਡਿਗਰੀ। ਸਾਡੀ ਬਾਡੀ ਦਾ ਜਿਹੜਾ ਟੈਂਪਰੇਚਰ ਹੈ ਸਧਾਰਨ ਹਾਲਤ ਦੇ ਵਿੱਚ ਉਹ ਹੁੰਦਾ 37 ਡਿਗਰੀ, 37 ਡਿਗਰੀ ਸੈਲਸੀਅਸ। ਸਾਡੇ ਕੋਲ ਇੱਕ ਹੋਰ ਸਕੇਲ ਹੁੰਦਾ ਹੈ ਉਸਨੂੰ ਆਪਾਂ ਕਹਿੰਦੇ ਹਾਂ ਡਿਗਰੀ ਫਾਰਨਹੀਟ। ਸੋ ਡਿਗਰੀ ਸੈਲਸੀਅਸ ਦੇ ਵਿੱਚ ਸ਼ੋ ਹੋ ਰਿਹਾ ਹੈ ਕਿ ਇਹ ਫਰੀਜ਼ਿੰਗ ਪੁਆਇੰਟ ਸੈਲਸੀਅਸ ਕਿੰਨਾ ਹੈ 0 ਡਿਗਰੀ ਹੈ ਔਰ ਸਾਡਾ ਬੋਇਲਿੰਗ ਪੁਆਇੰਟ ਕਿੰਨਾ ਹੈ 100 ਡਿਗਰੀ ਹੈ। ਸੋ ਉਸ ਤੋਂ ਬਾਅਦ ਆਪਣੇ ਕੋਲ ਫਾਰਨਹੀਟ ਸਕੇਲ ਵੀ ਹੈ। ਫਾਰਨਹੀਟ ਸਕੇਲ ਦੇ ਵਿੱਚ ਵੀ ਆਪਾਂ ਡਿਸਾਈਡ ਕਰਦੇ ਹਾਂ ਕਿ ਆਪਣਾ ਫਰੀਜ਼ਿੰਗ ਪੁਆਇੰਟ ਕਿੰਨਾ ਹੈ। ਫਾਰਨਹੀਟ ਸਕੇਲ ਦੇ ਉੱਪਰ ਸਾਡਾ ਫਰੀਜ਼ਿੰਗ ਪੁਆਇੰਟ ਜਿਹੜਾ ਹੁੰਦਾ ਹੈ ਉਹ 32 ਡਿਗਰੀ ਫਾਰਨਹੀਟ ਹੁੰਦਾ ਹੈ, 32 ਡਿਗਰੀ ਫਾਰਨਹੀਟ। ਉਸ ਤੋਂ ਬਾਅਦ ਜਦੋਂ ਬੋਇਲਿੰਗ ਟੈਂਪਰੇਚਰ ਹੁੰਦਾ ਹੈ, ਬੋਇਲਿੰਗ ਪੁਆਇੰਟ ਹੁੰਦਾ ਹੈ ਉਹ ਹੁੰਦਾ ਸਾਡੇ ਕੋਲ 212 ਡਿਗਰੀ। ਬਟ ਸਾਡੇ ਕੋਲ ਡਿਗਰੀ ਸੈਲਸੀਅਸ ਦੇ ਵਿੱਚ ਸੀਗਾ 0 ਡਿਗਰੀ ਫਰੀਜ਼ਿੰਗ ਪੁਆਇੰਟ ਤੇ 100 ਡਿਗਰੀ ਬੋਇਲਿੰਗ ਪੁਆਇੰਟ। ਬਟ ਫਾਰਨਹੀਟ ਦੇ ਵਿੱਚ 32 ਡਿਗਰੀ ਫਰੀਜ਼ਿੰਗ ਪੁਆਇੰਟ ਹੈ ਤੇ
212 डिग्री बॉइलिंग पॉइंट है। सो उस तो बाद एक होर यूनिट है साडे कोल, उहनूं आपां बोलदे हां कैल्विन। कैल्विन मैट्रिक सिस्टम ਵਿੱਚ यूज होने वाला तीसरा यूनिट है। ਇਸ ਨੂੰ फाइंड आउट ਕਰਨ ਦੇ ਲਈ ਆਪਾਂ ਕੀ ਕਰਦੇ ਹਾਂ, ਐਬਸੋਲੂਟ ਜ਼ੀਰੋ ਟੈਂਪਰੇਚਰ ਦਾ ਸਹਾਰਾ ਲੈਂਦੇ ਹਾਂ। ਇਹਨੂੰ ਕਨਵਰਟ ਕਰਨ ਦਾ ਤਰੀਕਾ ਕੀ ਹੈ? ਕਨਵਰਟ ਕਰਨ ਦਾ ਤਰੀਕਾ ਹੈ ਕਿ ਸੈਲਸੀਅਸ ਟੂ ਕੈਲਵਿਨ ਚ ਕਿਵੇਂ ਕਨਵਰਟ ਕਰਨਾ ਹੈ। ਜਿੰਨੇ ਡਿਗਰੀ ਤੁਹਾਡਾ ਸੈਲਸੀਅਸ ਹੈਗਾ ਉਹਦੇ ਵਿੱਚ 273 ਡਿਗਰੀ ਪਲੱਸ 15 ਐਡ ਕਰ ਦੋਗੇ, ਉਹ ਤੁਹਾਡਾ ਕੈਲਵਿਨ ਚ ਟੈਂਪਰੇਚਰ ਸ਼ੋ ਹੋਏਗਾ। ਫੋਰ ਐਗਜ਼ਾਮਪਲ ਜੇ ਆਪਾਂ ਰੂਮ ਟੈਂਪਰੇਚਰ ਦੀ ਗੱਲ ਕਰੀਏ, ਰੂਮ ਟੈਂਪਰੇਚਰ ਆਪਣਾ ਹੁੰਦਾ ਹੈ 21 ਡਿਗਰੀ ਸੈਲਸੀਅਸ। ਸੋ ਕੈਲਵਿਨ ਦੇ ਵਿੱਚ ਕਿੰਨਾ ਆਏਗਾ? ਕੈਲਵਿਨ ਦੇ ਵਿੱਚ ਪਤਾ ਕਰਨ ਲਈ ਆਪਾਂ ਡਿਗਰੀ ਸੀ 21 ਭਰ ਦਿੰਦੇ ਹਾਂ, 21 ਪਲੱਸ 273 ਇਹ ਬਣ ਜਾਏਗਾ ਤੁਹਾਡਾ 294 ਕੈਲਵਿਨ। ਜੇ ਆਪਾਂ ਬੋਇਲਿੰਗ ਪੁਆਇੰਟ ਨੂੰ ਕੈਲਵਿਨ ਚ ਕਨਵਰਟ ਕਰਨਾ ਹੋਵੇ, ਇਹਦੇ ਵਿੱਚ ਆਪਾਂ 100 ਡਿਗਰੀ ਐਡ ਕਰ ਦਿੰਦੇ ਹਾਂ, 100 ਡਿਗਰੀ ਪਲੱਸ 273 373 ਕੈਲਵਿਨ ਬਣ ਜਾਏਗਾ। ਜੇ ਆਪਣੇ ਕੋਲ ਫਰੀਜ਼ਿੰਗ ਪੁਆਇੰਟ ਦੇਖਣਾ ਹੋਵੇ 0 ਡਿਗਰੀ ਹੁੰਦਾ ਹੈ, ਸੋ ਕੈਲਵਿਨ ਟੈਂਪਰੇਚਰ ਬਣ ਜਾਏਗਾ 273.15 ਕੈਲਵਿਨ। तो ईजी है कन्वर्ट करना कैलविन टू डिग्री सैल्सियस और डिग्री सैल्सियस टू कैलविन। उस तो बाद अपने को एक तीसरा स्केल भी है, इन्हां दे कंपेयर किए हुए सम अप किया हुआ है कि बॉइलिंग टैंपरेचर कितना है सैल्सियस दे विच 100 डिग्री है, फारनहीट दे विच बॉइलिंग टैंपरेचर है 212 डिग्री है। जो कैलविन च कन्वर्ट करना हुंदा है, जिन्ना सैल्सियस हुंदा है ਉਹਦੇ ਵਿੱਚ 273.15 ਐਡ ਕਰ ਦਵਾਂਗੇ, ਉਹ ਬਣ ਜਾਏਗਾ ਤੁਹਾਡਾ 373.15 ਕੈਲਵਿਨ। ਉਸ ਤੋਂ ਬਾਅਦ ਆਪਣਾ ਫਰੀਜ਼ਿੰਗ ਟੈਂਪਰੇਚਰ ਸੈਲਸੀਅਸ ਦੇ ਵਿੱਚ 0 ਡਿਗਰੀ ਹੈ, ਫਾਰਨਹੀਟ ਦੇ ਵਿੱਚ 32 ਡਿਗਰੀ ਹੈ, ਫਿਰ ਆਪਾਂ ਕੈਲਵਿਨ ਦੇ ਵਿੱਚ 0 ਦੇ ਵਿੱਚ 273.15 ਐਡ ਕਰ ਦੇਵਾਂਗੇ, 273.15 ਹੀ ਰਹਿ ਜਾਏਗਾ। ਉਸ ਤੋਂ ਬਾਅਦ ਆਪਣੇ ਕੋਲ ਰੂਮ ਟੈਂਪਰੇਚਰ ਹੈ, ਰੂਮ ਟੈਂਪਰੇਚਰ ਸਾਡੇ ਕੋਲ ਹੁੰਦਾ ਹੈ 21 डिग्री। ਉਸ ਤੋਂ ਬਾਅਦ ਆਪਣੇ ਕੋਲ ਇੱਕ ਹੋਰ ਸਕੇਲ ਹੁੰਦਾ ਹੈ, ਲਾਸਟ ਸਕੇਲ ਹੈ, ਉਸਨੂੰ ਆਪਾਂ ਬਰਿਊਮਰ ਸਕੇਲ ਬੋਲਦੇ ਹਾਂ। ਬਰਿਊਮਰ ਸਕੇਲ ਕਾਫੀ ਹੱਦ ਤੱਕ ਸੈਲਸੀਅਸ ਨਾਲ ਰਲਦਾ ਮਿਲਦਾ ਹੀ ਹੁੰਦਾ ਹੈ, ਬਟ ਇਹਦੇ ਵਿੱਚ ਫਰਕ ਜਿਹੜਾ ਮੇਨ ਹੁੰਦਾ ਉਹ ਬੋਇਲਿੰਗ ਟੈਂਪਰੇਚਰ ਦਾ ਹੁੰਦਾ। ਬਰਿਊਮਰ ਦੇ ਵਿੱਚ ਜਿਹੜਾ ਸਾਡਾ ਫਰੀਜ਼ਿੰਗ ਪੁਆਇੰਟ ਹੈ ਉਹ 0 ਡਿਗਰੀ ਹੈ, ਜਦਕਿ ਉਹਦਾ ਬੋਇਲਿੰਗ ਪੁਆਇੰਟ ਹੈ 80 ਡਿਗਰੀ ਬਰਿਊਮਰ ਸਕੇਲ ਤੇ। ਸੋ ਆਪਣੇ ਕੋਲ ਮੈਟ੍ਰਿਕ ਸਿਸਟਮ ਦੇ ਵਿੱਚ ਇਹ 4 ਹੀ ਯੂਨਿਟ ਹੈ, 4 ਹੀ ਸਕੇਲ ਹੈ, ਸੈਲਸੀਅਸ ਹੈ, ਫਾਰਨਹੀਟ ਹੈ, ਕੈਲਵਿਨ ਹੈ ਤੇ ਰਿਊਮਰ ਹੈ। ਇਹਨਾਂ ਨੂੰ ਕਨਵਰਟ ਕਿਵੇਂ ਕਰਨਾ ਹੈ, ਉਹਦੇ ਲਈ ਆਪਾਂ ਇੱਕ ਪ੍ਰੋਬਲਮ ਡਿਸਕਸ ਕਰਾਂਗੇ। ਇਹਦੇ ਵਿੱਚ ਆਪਾਂ ਫਾਰਨਹੀਟ ਟੂ ਕੈਲਵਿਨ ਚ ਕਨਵਰਟ ਕਰਨ ਜਾ ਰਹੇ ਹਾਂ। ਸੋ ਇਹਦੇ ਵਿੱਚ ਜਦੋਂ ਵੀ ਆਪਾਂ ਫਾਰਨਹੀਟ ਟੂ ਕੈਲਵਿਨ ਚ ਕਨਵਰਟ ਕਰਨਾ ਹੈ, ਆਪਣੇ ਕੋਲ ਫਾਰਮੂਲਾ ਹੁੰਦਾ ਹੈ F-32 into 5/9 plus 273.15 into K। ਫਿਰ F ਦਾ ਮਤਲਬ ਕੀ ਹੈ? F ਦਾ ਮਤਲਬ ਹੈ ਕਿ ਇਹ ਸਾਡੇ ਕੋਲ ਫਾਰਨਹੀਟ ਦੇ ਵਿੱਚ ਹੈ, K ਦਾ ਮਤਲਬ ਹੈ ਸਾਡੇ ਕੋਲ ਕੈਲਵਿਨ ਦੇ ਵਿੱਚ ਹੈ। ਸੋ ਇਸ ਫਾਰਮੂਲੇ ਦੇ ਵਿੱਚ ਆਪਾਂ ਵੈਲਿਊ ਪੁੱਟ ਕਰ ਦੇਵਾਂਗੇ F ਦੀ। ਸੋ F ਸਾਡੇ ਕੋਲ ਹੈਗਾ ਹੈ 98.6 ਡਿਗਰੀ ਫਾਰਨਹੀਟ। ਸੋ 98.6 ਡਿਗਰੀ ਫਾਰਨਹੀਟ ਆਪਾਂ ਉਹ 'ਚ ਐਡ ਕਰ ਦਿੰਦੇ ਹਾਂ ਫਾਰਮੂਲੇ ਦੇ ਵਿੱਚ। 98.6 minus 32 ਸਾਡੇ ਕੋਲ ਬਣ ਗਿਆ 66.6। ਫਿਰ ਉਸ ਤੋਂ ਬਾਅਦ ਮਲਟੀਪਲਾਈ ਬਾਈ 5 ਸਾਡੇ ਕੋਲ ਬਣ ਗਿਆ 333/9। ਫਿਰ ਉਸ ਦੇ ਵਿੱਚ ਆਪਾਂ 273.15 ਐਡ ਕਰ ਦੇਵਾਂਗੇ, ਸਾਡੇ ਕੋਲ 310.15 ਕੈਲਵਿਨ ਆ ਜਾਏਗਾ। ਇਹ ਤਰੀਕਾ ਸੀ ਸਾਡੇ ਕੋਲ ਫਾਰਨਹੀਟ ਟੂ ਕੈਲਵਿਨ ਚ ਕਿਵੇਂ ਕਨਵਰਟ ਕਰਨਾ ਹੈ। ਉਸ ਤੋਂ ਬਾਅਦ ਹੈ ਫਾਰਨਹੀਟ ਟੂ ਸੈਲਸੀਅਸ ਕਿਵੇਂ ਕਨਵਰਟ ਕਰਨਾ ਹੈ। ਫਾਰਨਹੀਟ ਟੂ ਸੈਲਸੀਅਸ ਕਨਵਰਟ ਕਰਨ ਲਈ ਸਾਡੇ ਕੋਲ ਫਾਰਮੂਲਾ ਹੈ ਉਹੀ ਹੈ, ਬਸ ਉਹਦੇ ਵਿੱਚ ਆਪਾਂ F ਦੀ ਫਾਰਨਹੀਟ ਤੇ ਸੈਲਸੀਅਸ ਨੂੰ ਲੈ ਰਹੇ ਹਾਂ। ਸੋ ਇਹਦੇ ਵਿੱਚ ਸਾਡੇ ਕੋਲ ਫਾਰਨਹੀਟ ਦੇ ਵਿੱਚ ਟੈਂਪਰੇਚਰ ਉਹੀ ਰੱਖਿਆ ਹੈ 98.6। ਸੋ ਆਪਾਂ ਸਕੇਲ ਚੇਂਜ ਕਰ ਲਿਆ, ਫਾਰਨਹੀਟ ਟੂ ਸੈਲਸੀਅਸ ਹੈ 98.6 ਮਾਈਨਸ 32 ਸਾਡੇ ਕੋਲ ਬਣ ਗਿਆ 66.5। 66.6 into 5/9 333/9 37 डिग्री ਸੈਲਸੀਅਸ। ਸੋ ਇਸ ਤਰੀਕੇ ਨਾਲ ਆਪਾਂ ਕਨਵਰਟ ਕਰ ਸਕਦੇ ਹਾਂ ਫਾਰਨਹੀਟ ਟੂ ਸੈਲਸੀਅਸ ਜਾਂ ਫਾਰਨਹੀਟ ਟੂ ਕੈਲਵਿਨ। ਸੈਲਸੀਅਸ ਟੂ ਕੈਲਵਿਨ ਕਨਵਰਟ ਕਰਨਾ ਪਹਿਲੇ ਆਪਾਂ ਦੱਸ ਚੁੱਕੇ ਹਾਂ ਕਿ ਜਿੰਨਾ ਵੀ ਟੈਂਪਰੇਚਰ ਹੋਏਗਾ ਉਹਦੇ ਵਿੱਚ
273.15 ਆਪਾਂ ਜੋੜ ਦੇਣਾ। ਉਸ ਤੋਂ ਬਾਅਦ ਆਪਾਂ ਟਾਈਮ ਦੇ ਯੂਨਿਟਸ ਪੜ੍ਹਦੇ ਹਾਂ। ਟਾਈਮ ਦਾ ਮੈਟ੍ਰਿਕ ਸਿਸਟਮ ਸਭ ਤੋਂ ਛੋਟਾ ਯੂਨਿਟ ਹੈ, ਉਹਨੂੰ ਆਪਾਂ ਬੋਲਦੇ ਹਾਂ ਸੈਕਿੰਡ ਹੈ। ਸੈਕਿੰਡ ਥੱਲੇ ਮਿਲੀ ਸੈਕਿੰਡ ਵੀ ਹੈ, ਤੇ ਸਭ ਤੋਂ ਵੱਡਾ ਯੂਨਿਟ ਹੈ ਸਾਡੇ ਕੋਲ ਮਿਲੀਨੀਅਮ। ਸੋ 1 ਸੈਕਿੰਡ ਹੈ, 1 ਸੈਕਿੰਡ ਤੋਂ ਬਾਅਦ ਮਿੰਟ ਬਣਦੇ, 60 ਸੈਕਿੰਡ ਦਾ 1 ਮਿੰਟ ਬਣਦਾ ਹੈ, 60 ਮਿੰਟਸ ਦਾ 1 ਆਰ ਬਣਦਾ ਹੈ, 24 ਆਵਰਸ ਦਾ 1 ਡੇ ਬਣਦਾ ਹੈ, ਤੇ 7 ਡੇਜ਼ ਦਾ 1 ਵੀਕ ਬਣਦਾ ਹੈ, ਤੇ 15 ਡੇਜ਼ ਦਾ ਇੱਕ ਆਪਣੇ ਕੋਲ ਫੋਰਟਨਾਈਟ ਬਣਦੀ ਹੈ, ਜਾਂ 28 ਜਾਂ 31 ਡੇਜ਼ ਦਾ ਸਾਡਾ 1 ਮੰਥ ਬਣਦਾ ਹੈ। 365 ਜਾਂ 366 ਡੇਜ਼ ਦਾ ਸਾਡੇ ਕੋਲ 1 ਈਅਰ ਬਣਦਾ ਹੈ। 12 ਮੰਥ ਦਾ ਈਅਰ, 10 ਈਅਰਸ ਨੂੰ ਆਪਾਂ 1 ਡਿਕੇਡ ਬੋਲਦੇ ਹਾਂ, 100 ਈਅਰ ਨੂੰ 1 ਸੈਂਚੁਰੀ ਬੋਲਦੇ ਹਾਂ, 1000 ਈਅਰ ਨੂੰ ਆਪਾਂ ਮਿਲੇਨੀਅਮ ਬੋਲਦੇ ਹਾਂ। ਇਸ ਤੋਂ ਵੱਡੇ ਯੂਨਿਟ ਵੀ ਹੈਗੇ ਆ। ਉਸ ਤੋਂ ਬਾਅਦ ਆਪਾਂ ਰੂਲਸ ਪੜ੍ਹ ਲੈਂਦੇ ਹਾਂ ਇੱਕ ਵਾਰ। ਕਈ ਵਾਰ ਆਪਾਂ ਕੀ ਕਰਦੇ ਹਾਂ, ਜਦੋਂ ਆਪਾਂ ਮੈਟ੍ਰਿਕ ਸਿਸਟਮ ਯੂਨਿਟ ਲਿਖਦੇ ਹਾਂ, ਆਪਾਂ ਕੁਝ ਗਲਤੀਆਂ ਕਰਦੇ ਹਾਂ। ਗਲਤੀਆਂ ਆਪਾਂ ਰਿਪੀਟ ਨਹੀਂ ਕਰਨੀਆਂ, ਉਹਦੇ ਲਈ ਆਪਣੇ ਕੋਲ ਰੂਲਸ ਹੈ। ਪਹਿਲਾ ਰੂਲ ਇਹ ਹੈ ਕਿ ਜਦੋਂ ਵੀ ਕਿਸੇ ਵੀ ਯੂਨਿਟ ਦਾ ਨਾਮ ਲਿਖਣਾ ਹੈ, ਜੇ ਯੂਨਿਟ ਦਾ ਨਾਮ ਕਿਸੇ ਸਾਇੰਟਿਸਟ ਜਾਂ ਕਿਸੇ ਪਰਸਨ ਦੇ ਨਾਮ ਤੇ ਰੱਖਿਆ ਗਿਆ ਹੈ, ਉਹਨੂੰ ਹਮੇਸ਼ਾ ਹੀ ਜਦੋਂ ਫੁੱਲ ਨੇਮ ਲਿਖਣਾ ਹੈ ਤਾਂ ਉਹਨੂੰ ਹਮੇਸ਼ਾ ਹੀ ਛੋਟੇ ਅਕਸ਼ਰਾਂ 'ਚ ਲਿਖਣਾ ਹੈ, ਕਦੇ ਵੀ ਬੜੇ ਅਕਸ਼ਰਾਂ 'ਚ ਨਹੀਂ ਲਿਖਣਾ। ਫੁੱਲ ਨੇਮ ਕਦੇ ਕਿਸੇ ਯੂਨਿਟ ਦਾ ਜੇ ਕਿਸੇ ਪਰਸਨ ਦੇ ਨਾਮ ਤੇ ਰੱਖਿਆ ਗਿਆ ਹੈ, ਉਹਨੂੰ ਹਮੇਸ਼ਾ ਛੋਟੇ ਅਕਸ਼ਰਾਂ ਨਾਲ ਲਿਖਣਾ ਹੈ। ਬਟ ਆਮ ਤੌਰ ਤੇ ਆਪਾਂ ਗਲਤੀ ਕਰਦੇ ਹਾਂ, ਜੇ ਆਪਾਂ ਨਿਊਟਨ ਲਿਖਣਾ ਹੁੰਦਾ ਹੈ ਤਾਂ ਆਪਾਂ ਕੈਪੀਟਲ N ਦੇ ਨਾਲ ਲਿਖਦੇ ਹਾਂ, ਕੈਪੀਟਲ NEWTON। ਇੱਥੇ ਮੈਂ ਫੁੱਲ ਨੇਮ ਦੀ ਗੱਲ ਕਰ ਰਿਹਾ, ਸਿੰਬਲ ਦੀ ਗੱਲ ਨਹੀਂ ਕਰ ਰਿਹਾ। ਫੁੱਲ ਨੇਮ ਜਿਹੜਾ ਹੈ ਆਪਾਂ ਹਮੇਸ਼ਾ ਹੀ ਸਮਾਲ ਲੈਟਰ 'ਚ ਲਿਖਣਾ ਹੈ। ਜੇ ਨਿਊਟਨ ਲਿਖਣਾ ਹੈ ਤਾਂ ਸਮਾਲ ਲੈਟਰ 'ਚ, ਕੰਪੀਅਰ ਲਿਖਣਾ ਹੈ ਸਮਾਲ ਲੈਟਰ ਦੇ ਵਿੱਚ, ਕੰਪੀਅਰ ਕਰੰਟ ਦੀ ਇਕਾਈ ਹੈ। ਕੂਲਮ ਜਿਹੜਾ ਹੈ ਉਹ ਵੀ ਆਪਾਂ ਸਮਾਲ ਲੈਟਰ 'ਚ ਲਿਖਣਾ ਹੈ ਜੇ ਫੁੱਲ ਨੇਮ ਲਿਖਣਾ ਹੈ। ਜੇ ਆਪਣੇ ਕੋਲ ਸਿੰਬਲ ਲਿਖਣਾ ਹੋਵੇ, ਸਿੰਬਲ ਆਪਾਂ ਹਮੇਸ਼ਾ ਹੀ ਜੇ ਕਿਸੇ ਸਾਇੰਟਿਸਟ ਦੇ ਨਾਂ ਤੇ ਰੱਖਿਆ ਗਿਆ ਹੈ ਕੋਈ ਵੀ ਸਿੰਬਲ, ਤਾਂ ਉਹਨੂੰ ਆਪਾਂ ਕੈਪੀਟਲ ਲੈਟਰ 'ਚ ਲਿਖਣਾ ਹੈ। ਜੇ ਫੁੱਲ ਨੇਮ ਲਿਖਣਾ ਹੈ ਤਾਂ ਸਮਾਲ ਲੈਟਰ ਦੇ ਵਿੱਚ, ਜੇ ਆਪਣੇ ਕੋਲ ਸਿੰਬਲ ਲਿਖਣਾ ਹੈ ਤਾਂ ਫਿਰ ਕੈਪੀਟਲ ਲੈਟਰ ਦੇ ਵਿੱਚ। ਜਿਵੇਂ ਕਿ ਨਿਊਟਨ ਹੈ, ਨਿਊਟਨ ਜੇ ਪੂਰਾ ਲਿਖਣਾ ਹੋਵੇ ਆਪਾਂ ਸਮਾਲ ਲੈਟਰ 'ਚ ਲਿਖਦੇ ਹਾਂ, ਬਟ ਜੇ ਇਕੱਲਾ ਸਿੰਬਲ ਲਿਖਣਾ ਹੋਵੇ, ਕਿਉਂਕਿ ਨਿਊਟਨ ਦਾ ਸਿੰਬਲ N ਹੈ, ਤਾਂ ਉਹਨੂੰ ਆਪਾਂ ਕੈਪੀਟਲ ਲੈਟਰ 'ਚ ਲਿਖ। ਕੈਲਵਿਨ ਨੂੰ ਆਪਾਂ ਕੈਪੀਟਲ K ਦੇ ਨਾਲ ਲਿਖਾਂਗੇ, ਕੰਪੀਅਰ ਨੂੰ ਆਪਾਂ ਬੜੇ A ਨਾਲ ਲਿਖਾਂਗੇ, ਤੇ ਕੂਲਮ ਨੂੰ ਆਪਾਂ ਬੜੇ C ਨਾਲ ਲਿਖਾਂਗੇ। ਇਹ ਗਲਤੀਆਂ ਜੋ ਆਪਾਂ ਰਿਪੀਟ ਕਰਦੇ ਹਾਂ। ਉਸ ਤੋਂ ਬਾਅਦ ਤੀਸਰਾ ਹੈ ਕਿ ਜਦੋਂ ਕੋਈ ਵੀ ਯੂਨਿਟ ਹੈ ਜੋ ਕਿਸੇ ਸਾਇੰਟਿਸਟ ਦੇ ਨਾਮ ਤੇ ਨਹੀਂ ਰੱਖਿਆ ਗਿਆ ਹੈ, ਤਾਂ ਉਹਨੂੰ ਹਮੇਸ਼ਾ ਹੀ ਸਮਾਲ ਲੈਟਰ ਨਾਲ ਲਿਖਣਾ। ਜੇ ਸਾਇੰਟਿਸਟ ਦੇ ਨਾਂ ਤੇ ਸਿੰਬਲ ਰੱਖਿਆ ਗਿਆ ਹੈ ਤਾਂ ਉਹਨੂੰ ਕੈਪੀਟਲ ਲੈਟਰ ਨਾਲ, ਜੇ ਸਾਇੰਟਿਸਟ ਦੇ ਨਾਂ ਤੇ ਨਹੀਂ ਰੱਖਿਆ ਗਿਆ ਹੈ ਤਾਂ ਉਹਨੂੰ ਹਮੇਸ਼ਾ ਹੀ ਸਮਾਲ ਲੈਟਰ ਨਾਲ ਲਿਖਣਾ ਹੈ। ਜਿਵੇਂ ਕਿ ਆਪਾਂ ਪੜ੍ਹੇ ਹੈ, ਮੀਟਰ ਲਿਖਿਆ ਹੈ, ਮੀਟਰ ਨੂੰ ਹਮੇਸ਼ਾ ਹੀ ਸਮਾਲ ਲੈਟਰ ਨਾਲ ਲਿਖਣਾ ਹੈ। ਕਿਲੋਗ੍ਰਾਮ ਨੂੰ ਵੀ ਹਮੇਸ਼ਾ ਸਮਾਲ ਲੈਟਰ ਨਾਲ ਲਿਖਣਾ ਹੈ, ਸੈਕਿੰਡ ਨੂੰ ਵੀ ਹਮੇਸ਼ਾ ਸਮਾਲ ਲੈਟਰ ਨਾਲ ਲਿਖਣਾ ਹੈ, ਕੈਂਡੇਲਾ ਨੂੰ ਵੀ CD ਸਮਾਲ ਲੈਟਰ ਨਾਲ ਹੀ ਲਿਖਣਾ ਹੈ। ਉਸ ਤੋਂ ਬਾਅਦ ਜਦੋਂ ਵੀ ਆਪਾਂ ਯੂਨਿਟ ਲਿਖਣਾ ਹੈ, ਯੂਨਿਟ ਤੇ ਨੰਬਰ ਦੇ ਵਿਚਕਾਰ ਗੈਪ ਜ਼ਰੂਰ ਮੇਨਟੇਨ ਕਰਨਾ। ਜਿਵੇਂ ਕਿ 10 ਕਿਲੋਗ੍ਰਾਮ ਲਿਖਣਾ ਹੋਵੇ ਤਾਂ 10 ਦੇ ਨਾਲ ਹੀ ਕਿਲੋਗ੍ਰਾਮ ਨਹੀਂ ਲਿਖ ਦੇਣਾ, 10 ਦੇ ਵਿੱਚ ਸਪੇਸ ਦੇਵਾਂਗੇ ਫਿਰ ਲਿਖਾਂਗੇ ਕਿਲੋਗ੍ਰਾਮ। 5 ਨਿਊਟਨ, ਦੇਖੋ ਇੱਥੇ ਨਿਊਟਨ ਦੀ N ਜਿਹੜੀ ਹੈ ਕੈਪੀਟਲ ਲਿਖੀ ਹੋਈ ਹੈ, ਤਾਂ ਲਿਖੀ ਹੋਈ ਹੈ ਕਿਉਂਕਿ ਇਹ ਜਿਹੜਾ ਸਿੰਬਲ ਹੈ ਕਿਸੇ ਪਰਸਨ ਦੇ ਨਾਮ ਤੇ ਜਾਂ ਸਾਇੰਟਿਸਟ ਦੇ ਨਾਮ ਤੇ ਰੱਖਿਆ ਗਿਆ। ਜਦੋਂ ਵੀ ਆਪਾਂ ਸਪੇਸ ਲਿਖਣਾ ਹੈ ਤਾਂ ਸਪੇਸ ਦੇ ਕੇ ਲਿਖਣਾ। ਉਸ ਤੋਂ ਬਾਅਦ ਕਦੇ ਵੀ ਪਲੂਰਲ ਦੇ ਵਿੱਚ ਯੂਨਿਟ ਨੂੰ ਲਿਖਣਾ ਨਹੀਂ ਹੈ। ਜਿਵੇਂ ਕਿ ਕਈ ਵਾਰ ਆਪਾਂ ਲਿਖਦੇ ਹਾਂ 6 ਮੀਟਰਸ ਲਿਖਦੇ ਹਾਂ, ਜਾਂ ਫਿਰ 6 ਕਿਲੋਗ੍ਰਾਮ ਲਿਖਦੇ ਹਾਂ, ਜਾਂ ਸੈਕਿੰਡਸ ਲਿਖਣੇ ਆ। ਜਦੋਂ ਵੀ ਆਪਾਂ ਇਹਨਾਂ ਦੇ ਲਿਖਣਾ ਹੈ, ਇਹਨਾਂ ਨੂੰ ਹਮੇਸ਼ਾ ਹੀ ਸਿੰਗੂਲਰ ਫਾਰਮ 'ਚ ਲਿਖਣਾ। ਜਿਵੇਂ 6 ਮੀਟਰ ਲਿਖਿਆ ਹੈ ਤਾਂ 6 ਮੀਟਰ ਹੀ ਲਿਖਣਾ, 6 ਮੀਟਰਸ ਨਹੀਂ ਲਿਖਣਾ। 14 ਕਿਲੋਗ੍ਰਾਮ ਹੀ ਲਿਖਣਾ ਹੈ, 14 ਕਿਲੋਗ੍ਰਾਮਸ ਨਹੀਂ ਲਿਖਣਾ। ਜਾਂ 20 ਸੈਕਿੰਡ ਲਿਖਣਾ ਹੈ, 20 ਸੈਕਿੰਡਸ ਨਹੀਂ ਲਿਖਣਾ। ਸੋ ਪਲੂਰਲ ਦੇ ਵਿੱਚ ਯੂਜ਼ ਨਹੀਂ ਕਰਨਾ। ਕਦੇ ਵੀ ਯੂਨਿਟ ਤੋਂ ਬਾਅਦ ਫੁੱਲ ਸਟਾਪ ਨਹੀਂ ਪਾਣਾ। ਜਿਵੇਂ ਕਿ 7 ਮੀਟਰ ਸਹੀ ਹੈ, 7 ਮੀਟਰ ਦੇ ਬਾਅਦ ਫੁੱਲ ਸਟਾਪ ਨਹੀਂ ਆਏਗਾ। ਯੂਨਿਟ ਤੋਂ ਬਾਅਦ ਕਦੇ ਵੀ ਫੁੱਲ ਸਟਾਪ ਨਹੀਂ ਆਏਗਾ। ਉਸ ਤੋਂ ਬਾਅਦ ਜਦੋਂ ਵੀ ਆਪਾਂ ਸਿੰਬਲ ਯੂਜ਼ ਕਰਨੇ ਆ,
ਦੋ ਸਾਡੇ ਕੋਲ ਯੂਨਿਟ ਇਕੱਠੇ ਆ ਰਹੇ ਹੈ ਤਾਂ ਉਹਨਾਂ ਦੇ ਵਿਚਕਾਰ ਸਪੇਸ ਨਹੀਂ ਬਣੀ ਹੈਗੀ। ਜਿਵੇਂ ਕਿ ਜੂਲ ਸੈਕਿੰਡ ਹੈ, ਜੂਲ ਸੈਕਿੰਡ ਦੇ ਵਿਚਕਾਰ ਸਪੇਸ ਨਹੀਂ ਆਏਗੀ, ਇਕੱਠਾ ਹੀ ਹੈ ਯੂਨਿਟ। ਨਿਊਟਨ ਮੀਟਰ ਹੈ, ਇਕੱਠਾ ਹੀ ਹੈ, ਇਹਨਾਂ ਵਿਚਕਾਰ ਸਪੇਸ ਨਹੀਂ ਆਏਗੀ। ਉਸ ਤੋਂ ਬਾਅਦ ਜਿਹੜੇ ਆਪਾਂ ਪ੍ਰੀਫਿਕਸ ਯੂਜ਼ ਕੀਤੇ ਆ ਕਿਹੜੇ ਕਿਹੜੇ ਹੈ, ਤੇ ਸਭ ਤੋਂ ਛੋਟਾ ਯੂਨਿਟ ਜਿਹੜਾ ਆਪਾਂ ਯੂਜ਼ ਕਰਦੇ ਆ ਉਹ ਆਪਾਂ ਯੂਜ਼ ਕਰਦੇ ਆ ਮਿਲੀ ਯੂਜ਼ ਕਰਦੇ ਆ। ਮਿਲੀ ਦਾ ਮਤਲਬ ਹੁੰਦਾ 1000, ਸੈਂਟੀ ਦਾ ਮਤਲਬ ਹੁੰਦਾ 1/100, ਡੈਸੀ ਦਾ ਮਤਲਬ ਹੁੰਦਾ 1/10, ਡੈਕਾ ਦਾ ਮਤਲਬ ਹੁੰਦਾ 10। ਜਿਵੇਂ ਕਿ ਤੁਹਾਨੂੰ ਸ਼ੋ ਹੋ ਹੀ ਰਿਹਾ ਹੈ। 100 ਦਾ ਮਤਲਬ ਹੁੰਦਾ ਹੈਕਟੋ, 1000 ਹੁੰਦਾ ਕਿਲੋ। ਆਪਣੇ ਕੁਝ ਬੜੇ ਯੂਨਿਟਸ ਵੀ ਹੈਗੇ ਆ ਜੋ ਕਿ ਤੁਹਾਡੇ ਫਿੱਟ ਦੇ ਸਿਲੇਬਸ ਵਿੱਚ ਨਹੀਂ ਹੈ। ਉਸ ਤੋਂ ਬਾਅਦ ਆਪਾਂ ਆਉਂਦੇ ਹਾਂ ਬ੍ਰਿਟਿਸ਼ ਸਿਸਟਮ ਵੱਲ। ਮੈਟ੍ਰਿਕ ਸਿਸਟਮ 'ਚ ਆਪਾਂ ਪੜ੍ਹ ਲਿਆ ਯੂਨਿਟਸ ਕਿਹੜੇ ਕਿਹੜੇ ਹੈ। ਸਾਡੇ ਕੋਲ ਮੈਟ੍ਰਿਕ ਯੂਨਿਟ ਦੇ ਵਿੱਚ ਸਿਸਟਮ ਦੇ ਯੂਨਿਟ ਕਿਹੜੇ ਕਿਹੜੇ ਆਪਣੇ ਕੋਲ। ਲੰਬਾਈ ਦੇ ਲਈ ਸਾਡੇ ਕੋਲ ਮੀਟਰ ਸੀਗਾ ਛੋਟ। ਉਸ ਤੋਂ ਬਾਅਦ ਜੇ ਆਪਣਾ weight ਹੈ, weight ਲਈ ਗ੍ਰਾਮ ਸੀਗਾ। ਵੋਲਿਊਮ ਹੈ ਉਹਦੇ ਲਈ ਲੀਟਰ ਸੀਗਾ। ਸੋ ਆਪਾਂ ਆਉਂਦੇ ਬ੍ਰਿਟਿਸ਼ ਸਿਸਟਮ ਵੱਲ। ਬ੍ਰਿਟਿਸ਼ ਸਿਸਟਮ ਦੇ ਵਿੱਚ ਜਿਹੜਾ ਸਭ ਤੋਂ ਛੋਟਾ ਯੂਨਿਟ ਹੈ ਉਹ ਸਾਡੇ ਕੋਲ ਇੰਚ ਹੈ। ਜਿਵੇਂ ਕਿ ਆਪਾਂ ਦੇਖ ਰਹੇ ਹਾਂ ਕਿ ਆਪਣੇ ਸਟੀਲ ਰੂਲ ਦੇ ਉੱਪਰ ਦੋਨੇ ਯੂਨਿਟਸ ਬਣੇ ਹੁੰਦੇ। ਕੋਈ ਵੀ ਮੈਜ਼ਰਿੰਗ ਇੰਸਟਰੂਮੈਂਟ ਹੈ ਉਹਦੇ ਉੱਪਰ ਦੋਨੇ ਤਰ੍ਹਾਂ ਦੇ ਯੂਨਿਟਸ ਬਣੇ ਹੁੰਦੇ, ਇੰਚ 'ਚ ਵੀ ਆਏਗਾ, ਉਸ ਤੋਂ ਬਾਅਦ ਤੁਹਾਡਾ ਮਿਲੀਮੀਟਰ ਜਾਂ ਮੀਟਰ 'ਚ ਵੀ ਜਾਂ ਸੈਂਟੀਮੀਟਰ 'ਚ ਵੀ ਆਏਗਾ। ਸੋ ਦੋਨੇ ਯੂਨਿਟਸ ਬਾਰੇ ਸਾਨੂੰ ਜਾਣਕਾਰੀ ਹੋਣੀ ਚਾਹੀਦੀ। ਸੋ ਇੰਚ ਜਿਹੜਾ ਹੈ ਕਿੰਨਾ ਹੁੰਦਾ ਹੈ, ਇੰਚ ਉਹਦੇ ਬਾਰੇ ਆਪਾਂ ਦੱਸਦੇ ਹਾਂ ਇੰਚ ਕਿੰਨਾ ਹੁੰਦਾ ਹੈ। ਜੇ ਆਪਾਂ ਆਪਣੇ ਅੰਗੂਠੇ ਦਾ ਸਾਈਜ਼ ਦੇਖੀਏ, ਅੰਗੂਠਾ ਆਪਣਾ ਆਲਮੋਸਟ 1 ਇੰਚ ਦਾ ਹੁੰਦਾ ਹੈ। ਉਹਦੇ ਵਿੱਚ ਆਪਣੇ ਕੋਲ ਲਾਈਨਾਂ ਬਣੀਆਂ ਹੋਈਆਂ, ਹਰ ਲਾਈਨ ਜਿਹੜੀ ਹੈਗੀ ਹੈ, ਹਰ ਹਿੱਸਾ ਜਿਹੜਾ ਹੈਗਾ ਉਹ ਸਾਡੇ ਕੋਲ 1 ਸੈਂਟੀਮੀਟਰ ਦਾ ਹੈ, 1 ਸੈਂਟੀਮੀਟਰ ਦਾ ਹੈ। ਸੋ ਆਪਾਂ ਦੇਖੀਏ ਜੇ ਇੰਚ ਕਿੱਡਾ ਹੁੰਦਾ ਹੈ, ਸਾਡੇ ਅੰਗੂਠੇ ਦੇ ਸਾਈਜ਼ ਜਿੰਨਾ 1 ਇੰਚ ਹੁੰਦਾ ਹੈ। ਆਪਾਂ ਰੁਪਈਆ ਦੇਖਦੇ ਹਾਂ, ਰੁਪਈਏ ਦਾ ਕੋਇਨ ਦੇਖਦੇ ਹਾਂ, ਉਹ ਵੀ ਆਲਮੋਸਟ 0.8 ਇੰਚ ਦੇ ਬਰਾਬਰ ਹੁੰਦਾ ਹੈ। ਕੋਈ ਵੀ ਅੱਜ ਕੱਲ੍ਹ ਰੋਜ਼ ਮੋਬਾਈਲ ਨਵੇਂ ਲਾਂਚ ਹੋ ਰਹੇ, ਉਹਨਾਂ ਦੀ ਜਿਹੜੀ ਡਿਸਪਲੇ ਆਪਣੇ ਕੋਲ ਆਉਂਦੀ ਹੈ ਉਹ ਵੀ ਆਪਣੇ ਕੋਲ ਇੰਚ ਦੇ ਵਿੱਚ ਹੀ ਸ਼ੋ ਹੁੰਦੀ ਹੈ। ਸਭ ਤੋਂ ਜ਼ਿਆਦਾ ਜਿਹੜੀ ਇੰਚ ਮੋਬਾਈਲ 'ਚ ਸ਼ੋ ਹੋ ਰਹੀ ਹੈ ਅੱਜ ਕੱਲ੍ਹ ਉਹ ਹੈਗੀ 6.67 ਇੰਚ। ਉਹ ਇਹ ਡਿਸਟੈਂਸ ਆਪਾਂ ਕਿੱਦਾਂ ਦੇਖਦੇ ਹਾਂ, ਇੱਕ ਕੋਨੇ ਤੋਂ ਲੈ ਕੇ ਦੂਜੇ ਕੋਨੇ ਦੀ ਡਿਸਪਲੇ ਵਿਚਕਾਰ ਕਿੰਨਾ ਸਾਡੇ ਕੋਲ ਡਾਇਗਨਲੀ ਕਿੰਨੀ ਸਪੇਸ ਆ ਰਹੀ ਹੈ ਉਹਨੂੰ ਆਪਾਂ ਇੰਚ ਦੇ ਵਿੱਚ ਸ਼ੋ ਕਰਦੇ ਹਾਂ। ਤੋਂ ਬਾਅਦ ਇੰਚ ਤੋਂ ਵੱਡਾ ਜਿਹੜਾ ਯੂਨਿਟ ਆਪਣੇ ਕੋਲ ਹੈਗਾ ਫੁੱਟ। ਫੁੱਟ ਦਾ ਮਤਲਬ ਇੱਕ ਪੈਰ ਹੈ। ਇੱਕ ਸਾਧਾਰਨ ਪੈਰ ਦੀ ਲੰਬਾਈ ਹੈ ਉਹਨੂੰ ਆਪਾਂ ਫੁੱਟ ਕਹਿੰਦੇ ਹਾਂ, ਬਟ ਫੁੱਟ 1 ਫੁੱਟ ਹੈ ਉਹਨੂੰ ਆਪਾਂ ਇੰਚਾਂ ਵਿੱਚ ਵੀ ਕਨਵਰਟ ਕਰ ਸਕਦੇ ਹਾਂ। 1 ਫੁੱਟ ਹੈ ਉਹਦੇ ਆਪਾਂ 12 ਇੰਚ ਦੇ ਬਰਾਬਰ ਮੰਨਦੇ ਹਾਂ, ਮਤਲਬ 12 ਇੰਚ ਦਾ 1 ਫੁੱਟ ਬਣਦਾ ਹੈ। ਸੋ ਬ੍ਰਿਟਿਸ਼ ਸਿਸਟਮ ਸਭ ਤੋਂ ਛੋਟਾ ਯੂਨਿਟ ਇੰਚ ਹੈ, ਇੰਚ ਤੋਂ ਬਾਅਦ ਆਪਣੇ ਕੋਲ ਫੁੱਟ ਆਉਂਦਾ ਹੈ, 1 ਫੁੱਟ। ਫੁੱਟ ਤੋਂ ਬਾਅਦ ਆਪਣੇ ਕੋਲ ਆਉਂਦਾ ਯਾਰਡ। ਯਾਰਡ ਨੂੰ ਆਪਾਂ ਗੱਜ ਵੀ ਕਹਿੰਦੇ ਹਾਂ। ਆਪਣੇ ਪਲਾਟਸ ਦੇ ਵਿੱਚ ਇਹ ਜ਼ਿਆਦਾ ਚੱਲਦਾ ਹੈ। ਜਦੋਂ ਆਪਾਂ 3 ਫੁੱਟ ਮਿਲਾ ਲੈਂਦੇ ਹਾਂ, ਇਕੱਠੇ ਕਰ ਲੈਂਦੇ ਹਾਂ, ਸਾਡੇ ਕੋਲ 1 ਯਾਰਡ ਬਣਦਾ ਹੈ, 1 ਗੱਜ ਬਣਦਾ ਹੈ। ਦੇਖੋ ਆਪਾਂ 3 ਸਕੇਲ ਲੈ ਲਏ, 3 ਸਟੀਲ ਰੂਲ ਲੈ ਲਏ 1 ਫੁੱਟ ਦੇ। ਸੋ ਇਹਨਾਂ ਤਿੰਨਾਂ ਨੂੰ ਆਪਾਂ ਜੇ ਜੋੜ ਲਈਏ ਸਾਡੇ ਕੋਲ 3 ਫੁੱਟ ਬਣ ਜਾਂਦੇ। 3 ਫੁੱਟ ਦਾ ਮਤਲਬ ਸਾਡੇ ਕੋਲ 1 ਯਾਰਡ ਹੈ, 1 ਗੱਜ ਹੈ। ਸਿਮਿਲਰਲੀ ਜੇ ਆਪਾਂ ਸਮਝਾਉਣਾ ਹੋਵੇ ਸਹੀ ਤਰੀਕੇ ਨਾਲ, ਆਪਾਂ 3 ਇਕੱਠੇ ਪੈਰ ਰੱਖ ਲਈਏ, ਇੱਕ ਤੋਂ ਬਾਅਦ ਦੂਸਰਾ, ਦੂਸਰੇ ਤੋਂ ਬਾਅਦ ਤੀਸਰਾ, ਜਿੰਨੀ ਆਪਾਂ ਡਿਸਟੈਂਸ ਕਵਰ ਕਰਾਂਗੇ ਉਹਨੂੰ ਆਪਾਂ 1 ਗੱਜ ਕਵਾਂਗੇ, 1 ਗੱਜ ਕਵਾਂਗੇ। ਗੱਜ ਸਾਨੂੰ ਕਿੰਨੇ ਕਿੰਨੇ ਦੇਖਣ ਨੂੰ ਮਿਲਦੇ ਆ। ਜੇ ਆਪਾਂ ਦੇਖਿਆ ਜਾਵੇ ਗੱਜ, ਇੱਕ ਗੱਜ ਦੀਆਂ ਕਿਹੜੀ ਚੀਜ਼ਾਂ ਮਿਲਦੀਆਂ ਉਹ ਆਪਾਂ ਤੁਹਾਨੂੰ ਦੱਸ ਸਕਦੇ ਹਾਂ ਕਿ ਇਹ ਕਿਹੜਾ ਵਾਇਲਨ ਹੈ, ਵਾਇਲਨ ਦੀ ਪੂਰੀ ਲੰਬਾਈ ਜਿਹੜੀ ਹੁੰਦੀ ਹੈ ਉਹ 1 ਗੱਜ ਦੇ ਬਰਾਬਰ ਹੁੰਦੀ ਹੈ। ਸਟੈਂਡਰਡ ਹੁੰਦੀ ਹੈ ਲੈਂਥ 1 ਗੱਜ ਦੇ ਬਰਾਬਰ ਹੁੰਦੀ ਹੈ। ਸਿਮਿਲਰਲੀ ਜੇ ਆਪਾਂ ਆਪਣੇ ਨੱਕ ਤੋਂ ਲੈ ਕੇ ਬਾਹਰਲੀ ਉਂਗਲੀਆਂ ਤੱਕ ਦੀ ਹਾਈਟ ਦੇਖੀਏ ਸਾਡੇ ਕੋਲ 1 ਗੱਜ ਬਣਦੀ ਹੈ, ਉਹ ਵੀ ਸਾਡੇ ਕੋਲ 1 ਗੱਜ ਬਣਦੀ ਹੈ। ਘਰਾਂ 'ਚ ਦਰਵਾਜ਼ੇ ਜਿਹੜੇ ਬਣਦੇ ਆ ਤਕਰੀਬਨ ਉਹਦੀ ਜਿਹੜੀ ਵਿੱਡਥ ਆਪਾਂ ਕੈਲਕੂਲੇਟ ਕਰੀਏ ਉਹ ਵੀ ਸਾਡੇ ਕੋਲ ਤਕਰੀਬਨ 1 ਗੱਜ ਬਣਦੀ ਹੈ। ਉਸ ਤੋਂ ਬਾਅਦ ਇੱਕ
डॉग है, कुत्ता है, वो भी 1 गज का ही लेंथ बनती पूरी। ब्रिटिश सिस्टम च लेंथ जी है वो आप यूनिट पढ़े किहड़े मेन। छोटा यूनिट पढ़े अपने इंच, इंच तो बाद अपने पढ़िया फुट, फुट तो बाद पढ़िया अपने यार्ड, यार्ड तो बाद भी यूनिट है। सो आप शुरुआत करते हैं पहला इंच तो। इंच 12 इंच का अपने को बन गया 1 फुट, ठीक है। उस तो बाद यार्ड है 10 फुट का अपने को बन गया 1 यार्ड। फिर उस तो बाद यार्ड तो बाद आता रॉड। रॉड अजकल गायब हो चुका है सिस्टम चो, इन्ना कोई माप नहीं लेंदा, बट शुरू च बनाया गया सी, इस करके आप डिस्कस करते हैं। एक रॉड है वो 5.5 यार्ड की है, एक रॉड 5.5 यार्ड की है। सो अपन पता है कि 1 यार्ड साढ़े कोल 3 फुट के बराबर होंदा है, तो 5.5 ਨੂੰ ਆਪਾਂ 3 ਨਾਲ ਗੁਣਾ ਕਰ ਲੈਂਦੇ ਆ, ਸਾਡੇ ਕੋਲ ਫੁੱਟਾਂ ਚ ਆ ਜਾਏਗਾ ਉਹ 16.5 ਫੀਟ ਜਿਹੜਾ ਹੈ ਉਹ 1 ਕਰੋੜ ਚ ਹੁੰਦਾ ਹੈ। ਰੋਡ ਤੋਂ ਵੱਡਾ ਹੁੰਦਾ ਆਪਣੇ ਕੋਲ ਚੇਨ, ਇੱਕ ਚੇਨ ਦੇ ਵਿੱਚ 4 ਰੋਡਸ ਹੁੰਦੀਆਂ, 4 ਰੋਡ ਦਾ ਮਤਲਬ ਹੈ 1 ਰੋਡ 5.5 ਯਾਰਡ, ਸੋ 4 ਰੋਡ ਸਾਡੇ ਕੋਲ ਬਣ ਗਈਆਂ ਫੁੱਟਾਂ ਦੇ ਵਿੱਚ ਬਣ ਗਈਆਂ 66। ਆਪਾਂ ਨੇ ਕੀ ਕੀਤਾ 4 ਨੂੰ 16 5 ਨਾਲ ਗੁਣਾ ਕਰ ਦੇਵਾਂਗੇ, ਸਾਡੇ ਕੋਲ 66 ਫੁੱਟ ਆ ਜਾਏਗਾ। ਚੇਨ ਤੋਂ ਬਾਅਦ ਆਉਂਦੇ ਆਪਣੇ ਕੋਲ ਫਰਲੋਂਗ, ਇੱਕ ਫਰਲੋਂਗ ਦੇ ਵਿੱਚ 10 ਚੇਨਸ ਹੁੰਦੀਆਂ, ਸੋ ਇੱਕ ਚੇਨ ਜਿਹੜੀ 40 ਰੋਡ ਦੇ 4 ਰੋਡ ਦੇ ਬਰਾਬਰ ਹੈ, ਸੋ 10 ਚੇਨ ਸਾਡੇ ਕੋਲ 40 ਰੋਡ ਦੇ ਬਰਾਬਰ ਹੋ ਗਈਆਂ। ਸੋ ਇੱਕ ਰੋਡ ਨੂੰ ਫਿਰ ਆਪਾਂ ਕਨਵਰਟ ਕਰਤਾ ਫੁੱਟ ਦੇ ਵਿੱਚ, ਇੱਕ ਰੋਡ ਸਾਡੇ ਕੋਲ 16.5 ਫੁੱਟ ਦੀ ਹੈ ਤੇ 40 ਰੋਡ ਨੂੰ ਆਪਾਂ ਮਲਟੀਪਲਾਈ ਕਰ ਦੇਵਾਂਗੇ 16.5 ਨਾਲ, ਸਾਡੇ ਕੋਲ 660 ਫੁੱਟ ਆ ਜਾਏਗਾ। ਉਸ ਤੋਂ ਬਾਅਦ ਆਪਣੇ ਕੋਲ ਜਿਹੜਾ ਬੜਾ ਯੂਨਿਟ ਹੈ ਉਹਨੂੰ ਮਾਈਲ ਕਹਿੰਦੇ ਆ, 1 ਮਾਈਲ। ਕਿਲੋਮੀਟਰ ਤੋਂ ਇਹ ਵੱਡਾ ਹੁੰਦਾ ਹੈ। 1 ਮਾਈਲ ਹੈ, 1 ਮਾਈਲ 8 ਫਰਲੋਂਗ ਦੇ ਬਰਾਬਰ ਹੈ। ਸੋ 1 ਫਰਲੋਂਗ ਸਾਡੇ ਕੋਲ 660 ਫੁੱਟ ਸੀਗੀ, ਸੋ 8 ਫਰਲੋਂਗ ਸਾਡੇ ਕੋਲ ਆ ਗਈਆਂ ਤਕਰੀਬਨ 5280 ਫੁੱਟ। ਸੋ ਮਲਟੀਪਲਾਈ ਕਰ ਦੇਵਾਂਗੇ, ਸੋ 1 ਮਾਈਲ ਸਾਡੇ ਕੋਲ 1760 ਯਾਰਡ ਜਾਂ 5280 ਫੁੱਟ ਹੈ। ਹੁਣ ਇਹ 'ਚ ਆਪਾਂ ਦੇਖ ਰਹੇ ਹਾਂ ਸਾਡੇ ਕੋਲ ਕਾਫੀ ਸਾਰੀਆਂ ਚੀਜ਼ਾਂ ਹੈ ਜਿਹੜੀਆਂ ਆਪਾਂ ਕੋਲ ਮਿਕਸਅਪ ਹੋ ਰਹੀਆਂ। ਬਸ ਇਹਦੇ ਵਿੱਚ ਆਪਾਂ ਮੇਨ ਚੀਜ਼ ਕਿਹੜੀ ਯਾਦ ਰੱਖਣੀ ਹੈ, ਮੇਨ ਚੀਜ਼ ਯਾਦ ਰੱਖਣੀ ਹੈ ਇੰਚ, ਫੁੱਟ, ਯਾਰਡ, ਯਾਰਡ ਤੋਂ ਬਾਅਦ ਆਪਣੇ ਕੋਲ ਸਿਰਫ ਮਾਈਲ, 4 ਚੀਜ਼ਾਂ ਯਾਦ ਰੱਖਣੀਆਂ, ਬਾਕੀ ਯਾਦ ਰੱਖਣ ਦੀ ਲੋੜ ਨਹੀਂ ਹੈ। ਇੰਚ, ਫੁੱਟ, ਯਾਰਡ ਤੇ ਮਾਈਲ। ਸੋ ਇਹਦੇ ਵਿੱਚ ਆਪਾਂ ਦੇਖਦੇ ਹਾਂ ਕਨਵਰਟ ਕਰਨ ਲਈ ਸਿਰਫ 4 ਚੀਜ਼ਾਂ ਹੈ, ਇੰਚ, ਫੁੱਟ, ਯਾਰਡ ਤੇ ਮਾਈਲ। ਆਪਾਂ ਨੂੰ ਪਤਾ ਹੈ ਕਿ ਜੇ 12 ਇੰਚ ਬਣਦੇ ਤਾਂ ਉਹਦਾ 1 ਫੁੱਟ ਬਣਦਾ ਹੈ, 3 ਫੁੱਟ ਦਾ 1 ਯਾਰਡ ਬਣਦਾ ਹੈ, ਠੀਕ ਹੈ। ਹੁਣ ਕਿੰਨੇ ਯਾਰਡ ਦਾ 1 ਮਾਈਲ ਬਣਦਾ ਹੈ ਦੇਖ ਲਓ, 1 ਮਾਈਲ ਬਣਦਾ ਹੈ ਤੁਹਾਡੇ ਕੋਲ 1760 ਯਾਰਡ ਦਾ। ਸੋ ਇਹ 4 ਚੀਜ਼ਾਂ ਯਾਦ ਰੱਖਣੀਆਂ, ਇੰਚ, ਫੁੱਟ, ਯਾਰਡ ਤੇ ਮਾਈਲ। ਸੋ ਇਹਨਾਂ ਨੂੰ ਕਨਵਰਟ ਕਰਨਾ ਹੈ, ਉਹੀ ਆਪਾਂ 1 ਫੁੱਟ ਚ 12 ਇੰਚ, 1 ਯਾਰਡ ਚ 3 ਫੁੱਟ ਹੈ, 1 ਮਾਈਲ ਦੇ ਵਿੱਚ 1760 ਯਾਰਡ ਹੈ। ਜੇ ਆਪਾਂ ਨੇ ਛੋਟੇ ਤੋਂ ਵੱਡੇ ਵੱਲ ਜਾਣਾ ਹੈ ਤਾਂ ਆਪਾਂ ਨੇ ਮਲਟੀਪਲਾਈ ਕਰਦੇ ਰਹਿਣਾ, ਜੇ ਬੜੇ ਤੋਂ ਛੋਟੇ ਵੱਲ ਆਣਾ ਹੈ ਤਾਂ ਆਪਾਂ ਨੇ ਉਹ ਡਿਵੀਜ਼ਨ ਤੇ ਜਾਣਾ ਹੈ। ਉਸ ਤੋਂ ਬਾਅਦ ਏਰੀਆ ਹੈ, ਏਰੀਆ ਦਾ ਯੂਨਿਟ ਕੀ ਹੈ, ਏਰੀਆ ਦੇ ਜਿਹੜੇ ਬ੍ਰਿਟਿਸ਼ ਸਿਸਟਮ ਯੂਨਿਟ ਹੈ ਉਹ ਏਕੜ ਤੇ ਹੈਕਟੇਅਰ ਹੈ। 1 ਏਕੜ ਕਿੰਨਾ ਹੁੰਦਾ ਹੈ, ਬ੍ਰਿਟਿਸ਼ ਸਿਸਟਮ ਦੇ ਵਿੱਚ ਏਰੀਆ ਨੂੰ ਮਾਪਣ ਦਾ ਇੱਕ ਯੂਨਿਟ ਹੈ, ਉਸ ਨੂੰ ਆਪਾਂ ਏਰੀਆ ਦਾ ਯੂਨਿਟ ਏਕੜ ਕਹਿੰਦੇ ਆ। ਇਹ ਏਕੜ ਬੜੇ ਏਰੀਆ ਨੂੰ ਮਾਪਣ ਦੇ ਲਈ ਇਸਤੇਮਾਲ ਹੁੰਦਾ ਹੈ। ਇਹਨੂੰ ਸਮਝਣ ਲਈ ਆਪਾਂ ਏਦਾਂ ਸਮਝ ਲਈਏ ਕਿ ਆਪਣੇ ਕੋਲ ਇੱਕ ਸਕੁਅਰ ਹੈ ਜਿਹਦੀ ਇੱਕ ਪਾਸੇ ਲੰਬਾਈ ਹੈ 208 ਫੁੱਟ ਤੇ 8.5 ਇੰਚ, 208 ਫੁੱਟ ਤੇ 8.5 ਇੰਚ, ਦੋਨੇ ਸਾਈਡਾਂ ਇਹਦੀਆਂ 208 ਫੁੱਟ ਜੇ 8.5 ਇੰਚ ਹੈ, ਉਹਨੂੰ ਆਪਾਂ ਮਲਟੀਪਲਾਈ ਕਰਕੇ ਦੇਖੀਏ ਜਾਂ ਮੀਟਰਾਂ 'ਚ ਕਿੰਨਾ ਆਉਂਦਾ ਹੈ, ਉਹ ਆਉਂਦਾ ਸਾਡੇ ਕੋਲ 4046.8 ਮੀਟਰ ਸਕੁਅਰ ਆਉਂਦਾ ਹੈ। ਸੋ 1 ਏਕੜ ਨੂੰ ਆਪਾਂ ਕਨਵਰਟ ਕਰਨ ਲਈ 208 ਫੁੱਟ ਤੇ 8.5 ਇੰਚ ਨੂੰ ਸਕੁਅਰ ਕਰ ਲਵਾਂਗੇ, ਉਹ ਸਾਡੇ ਕੋਲ 1 ਏਕੜ ਆ ਜਾਏਗਾ। ਜੇ ਆਪਾਂ ਇੱਕ ਹੈਕਟੇਅਰ ਦਾ ਪਤਾ ਕਰਨਾ ਹੋਵੇ ਤਾਂ ਆਪਾਂ ਮੰਨ ਲੈਂਦੇ ਹਾਂ ਇੱਕ ਸਕੁਅਰ ਹੈ, ਉਹਦੀ ਇੱਕ ਸਾਈਡ 100 ਮੀਟਰ ਹੈ, 100 ਮੀਟਰ ਬਾਏ 100 ਮੀਟਰ, ਸਾਡੇ ਕੋਲ 10,000 ਮੀਟਰ ਸਕੁਅਰ ਆ ਜਾਏਗੀ। ਸੋ ਇਹਦੇ ਏਰੀਆ ਦੇ ਯੂਨਿਟ ਵੀ ਉਹੀ ਸੇਮ ਹੈ, ਜਿਹੜੇ ਆਪਾਂ ਯੂਨਿਟ ਪੜ੍ਹੇ ਆਪਾਂ ਉਹਨੂੰ ਮਲਟੀਪਲਾਈ ਕਰ ਦੇਵਾਂਗੇ। ਜਿਵੇਂ ਕਿ 1 ਸਕੁਅਰ ਫੁੱਟ ਕੱਢਣਾ ਹੋਵੇ, ਆਪਾਂ ਨੂੰ ਪਤਾ ਹੈ 1 ਫੁੱਟ ਦੇ ਵਿੱਚ 12 ਇੰਚ ਹੁੰਦੇ ਆ, ਸੋ ਆਪਾਂ ਕੀ ਕਰਦੇ ਹਾਂ ਇਹਦੇ ਵਿੱਚ 12 ਇੰਚ ਗੁਣਾ 12 ਇੰਚ 144 ਸਕੁਅਰ ਇੰਚ ਕਰ ਦਿੰਦੇ ਹਾਂ। 1 ਸਕੁਅਰ ਯਾਰਡ
1 ਯਾਰਡ 'ਚ ਆਪਾਂ ਨੂੰ ਪਤਾ 10 ਫੁੱਟ ਹੁੰਦੇ ਆ, ਸਕੁਅਰ ਕਰ ਦੇਵਾਂਗੇ ਆਪਾਂ ਉਹਨੂੰ 10 ਫੁੱਟ ਬਾਏ 10 ਫੁੱਟ 9 ਸਕੁਅਰ ਫੁੱਟ। ਉਸ ਤੋਂ ਬਾਅਦ ਆਪਾਂ ਰੋਡ ਪੜ੍ਹੀ ਸੀਗੀ, ਇੱਕ ਰੋਡ ਸਾਡੇ ਕੋਲ 16.5 ਫੁੱਟ ਦੇ ਬਰਾਬਰ ਹੈ, ਠੀਕ ਹੈ, ਫਿਰ ਆਪਾਂ ਮਲਟੀਪਲਾਈ ਕਰ ਦੇਵਾਂਗੇ। ਉਸ ਤੋਂ ਬਾਅਦ ਚੇਨ ਦੇ ਲਈ ਵੀ ਇਸੇ ਤਰੀਕੇ ਨਾਲ ਹੈ। ਬ੍ਰਿਟਿਸ਼ ਸਿਸਟਮ ਦੇ ਯੂਨਿਟ ਜਿਹੜੇ ਵੋਲਿਊਮ ਦੇ ਯੂਨਿਟ ਹੈ ਉਹਦੇ ਵਿੱਚ ਆਪਣੇ ਕੋਲ ਕਿਊਬ ਦੇ ਵਿੱਚ ਆ ਜਾਂਦਾ ਉਹੀ ਚੀਜ਼। ਜੇ 1 ਕਿਊਬਿਕ ਫੁੱਟ ਕਰਨਾ ਹੈ ਤਾਂ ਜਿੰਨਾ ਸਾਡੇ ਕੋਲ ਇੰਚ ਬਣਦੇ ਆ, ਇੱਕ ਫੁੱਟ ਦੇ ਵਿੱਚ 12 ਇੰਚ ਹੈ, 12 ਇੰਚ ਗੁਣਾ 12 ਇੰਚ ਗੁਣਾ 12 ਇੰਚ, ਠੀਕ ਹੈ। 1 ਯਾਰਡ ਹੈ ਆਪਣੇ ਕੋਲ 10 ਫੁੱਟ ਦੇ ਬਰਾਬਰ ਹੈ। ਜੇ ਕਿਊਬਿਕ ਯਾਰਡ ਕੱਢਣਾ ਹੈ ਤਾਂ ਆਪਾਂ ਨੇ 10 ਫੁੱਟ ਬਾਏ 10 ਫੁੱਟ ਬਾਏ 10 ਫੁੱਟ ਇਸ ਤਰੀਕੇ ਨਾਲ ਕਰ ਦੇਵਾਂਗੇ। ਉਸ ਤੋਂ ਬਾਅਦ ਵੇਟ ਦਾ ਯੂਨਿਟ ਇਹਦੇ ਹੋਰ ਨੇ। ਜਿਹੜੇ ਸਾਡੇ ਕੋਲ ਮੈਟ੍ਰਿਕ ਸਿਸਟਮ ਸੀ ਉਹ 'ਚ ਵੇਟ ਦਾ ਯੂਨਿਟ ਸਾਡੇ ਕੋਲ ਗ੍ਰਾਮ ਸੀਗਾ, ਪਰ ਇਹਦੇ ਵਿੱਚ ਸਭ ਤੋਂ ਛੋਟਾ ਯੂਨਿਟ ਸਾਡੇ ਕੋਲ ਡਰਾਮ ਹੈ। ਸਭ ਤੋਂ ਛੋਟਾ ਯੂਨਿਟ ਡਰਾਮ ਹੈ। 16 ਡਰਾਮ ਦਾ ਸਾਡੇ ਕੋਲ 1 ਆਉਂਸ ਬਣਦਾ ਹੈ। ਉਸ ਤੋਂ ਬਾਅਦ 16 ਆਉਂਸ ਦਾ ਸਾਡੇ ਕੋਲ 1 ਪਾਊਂਡ ਬਣਦਾ ਹੈ। ਪਾਊਂਡ ਤੋਂ ਬਾਅਦ ਸਾਡੇ ਕੋਲ 100 ਵੇਟ ਆਉਂਦੇ ਆ। 100 ਵੇਟ ਦੋ ਪ੍ਰਕਾਰ ਦੇ ਆ, ਸ਼ਾਰਟ ਤੇ ਲੌਂਗ। ਸ਼ਾਰਟ ਦੇ ਵਿੱਚ ਇੱਕ 100 ਵੇਟ ਸ਼ਾਰਟ ਦੀ ਗੱਲ ਕਰੀਏ ਤੇ 100 ਪਾਊਂਡਸ ਹੈ, ਇੱਕ 100 ਵੇਟ ਜੇ ਲੌਂਗ ਦੀ ਗੱਲ ਕਰੀਏ 112 ਪਾਊਂਡਸ ਹੈ। ਉਸ ਤੋਂ ਬਾਅਦ ਟਨ ਆਉਂਦਾ ਹੈ, ਇਹ ਵੀ ਸ਼ਾਰਟ ਤੇ ਲੌਂਗ 'ਚ। 1 ਟਨ ਦੇ ਵਿੱਚ 2000 ਪਾਊਂਡ ਹੈ, ਔਰ ਜੇ ਲੌਂਗ ਦੀ ਗੱਲ ਕਰੀਏ ਇਹਦੇ ਵਿੱਚ 2240 ਪਾਊਂਡ ਹੈ। ਉਸ ਤੋਂ ਬਾਅਦ ਆਪਾਂ ਐਂਗਲਸ, ਐਂਗਲ ਨੂੰ ਮਾਪਣ ਦੇ ਲਈ ਬ੍ਰਿਟਿਸ਼ ਸਿਸਟਮ ਦੇ ਵਿੱਚ ਕੀ ਹੈ, ਸਾਡੇ ਕੋਲ ਟੋਟਲ ਜਿਹੜਾ ਐਂਗਲ ਹੁੰਦਾ ਹੈ ਉਹ ਆਪਣੇ ਕੋਲ ਹੁੰਦਾ 360 ਡਿਗਰੀ ਦਾ। 360 ਡਿਗਰੀ ਦੇ ਵਿੱਚ ਸਾਡੇ ਕੋਲ 4 ਰਾਈਟ ਐਂਗਲ ਟ੍ਰਾਇੰਗਲਸ ਹੁੰਦੇ, ਠੀਕ ਹੈ, ਔਰ ਇੱਕ ਰਾਈਟ ਐਂਗਲ ਟ੍ਰਾਇੰਗਲ ਸਾਡੇ ਕੋਲ 90 ਡਿਗਰੀ ਦਾ ਹੁੰਦਾ। 360 ਡਿਗਰੀ ਦੇ ਵਿੱਚ ਸਾਡੇ ਕੋਲ 360 ਡਿਗਰੀ ਦੇ ਵਿੱਚ ਸਾਡੇ ਕੋਲ 4 ਰਾਈਟ ਐਂਗਲ ਟ੍ਰਾਇੰਗਲ ਹੈ। ਸੋ ਡਿਗਰੀਜ਼ ਨੂੰ ਆਪਾਂ ਰੇਡੀਅਨ 'ਚ ਕਨਵਰਟ ਕਰਨਾ ਹੋਵੇ, ਸੋ ਆਪਾਂ ਇਹਦੇ ਵਿੱਚ ਇੱਕ ਰਿਲੇਸ਼ਨ ਯਾਦ ਰੱਖਦੇ ਹਾਂ, 180 degree is equal to pi radian or 2 pi radian is equal to 360 degree। ਇੱਕ ਪਾਈ ਰੇਡੀਅਨ ਜਿਹੜਾ ਬਰਾਬਰ ਹੁੰਦਾ ਹੈ ਉਹ 180 ਡਿਗਰੀ ਦੇ ਬਰਾਬਰ ਹੁੰਦਾ ਹੈ। ਸੋ ਵਿੱਚ ਆਪਾਂ ਪਾਈ ਦੀ ਵੈਲਿਊ ਫਾਈਂਡ ਆਊਟ ਕਰ ਲੈਂਦੇ ਹਾਂ। ਪਾਈ ਦੀ ਵੈਲਿਊ ਆਪਾਂ ਫਾਈਂਡ ਆਊਟ ਕਰ ਲੈਂਦੇ ਹਾਂ, ਜੋ ਕਿ ਸਾਡੇ ਕੋਲ ਨਿਕਲ ਕੇ ਆਉਂਦੀ ਹੈ, ਇੱਕ ਰੇਡੀਅਨ ਦੀ ਵੈਲਿਊ ਸਾਡੇ ਕੋਲ ਨਿਕਲ ਕੇ ਆਉਂਦੀ ਹੈ ਡਿਗਰੀ ਦੇ ਵਿੱਚ 57.29 ਡਿਗਰੀ। ਸੋ ਡਿਗਰੀ ਨੂੰ ਆਪਾਂ ਅੱਗੇ ਵੀ ਕਨਵਰਟ ਕਰ ਸਕਦੇ ਹਾਂ। ਇੱਕ ਡਿਗਰੀ ਦੇ ਵਿੱਚ 60 ਮਿੰਟਸ ਹੁੰਦੇ ਆ ਜੇ ਆਪਾਂ ਐਂਗਲ ਦੀ ਗੱਲ ਕਰਦੇ ਹਾਂ। 60 ਮਿੰਟ ਅੱਗੇ, ਮਿੰਟ ਦੇ ਅੱਗੇ 60 ਸੈਕਿੰਡਸ ਹੁੰਦੇ ਆ। ਉਸ ਤੋਂ ਬਾਅਦ ਆਉਂਦੇ ਆਪਣੇ ਕੋਲ ਲਾਸਟ ਟੌਪਿਕ ਹੈ ਆਪਣੇ ਕੋਲ ਕਨਵਰਜਨ ਦਾ। ਆਪਾਂ ਨੇ ਯੂਨਿਟਸ ਪੜ੍ਹ ਲਿਆ, ਮੈਟ੍ਰਿਕ ਦੇ ਵਿੱਚ ਕੀ ਯੂਨਿਟ ਵਾ, ਬ੍ਰਿਟਿਸ਼ ਦੇ ਵਿੱਚ ਕੀ ਯੂਨਿਟ ਹੋਇਆ, ਆਪਾਂ ਨੂੰ ਕਨਵਰਟ ਕਰਨਾ ਆਉਣਾ ਵੀ ਚਾਹੀਦਾ। ਆਪਣੇ ਕੋਲ ਬੇਸਿਕ ਜਿਹੜਾ ਆਪਣੇ ਕੋਲ ਸਟੀਲ ਰੂਲ ਹੁੰਦਾ ਹੈ ਉਹਦੇ ਵਿੱਚ ਦੋਨੇ ਯੂਨਿਟਸ ਹੁੰਦੇ ਆ, ਇੰਚ ਵੀ ਹੁੰਦਾ ਹੈ, ਮਿਲੀਮੀਟਰ ਵੀ ਹੁੰਦਾ ਹੈ। ਸੋ ਆਪਾਂ ਕਨਵਰਟ ਕਰ ਸਕਦੇ ਇਹਨਾਂ ਨੂੰ। ਆਪਾਂ ਨੂੰ ਯਾਦ ਰੱਖਣਾ ਪਏਗਾ ਕਿ ਆਪਣੇ ਕੋਲ 1 ਇੰਚ ਦੇ ਵਿੱਚ mm ਕਿੰਨੇ ਹੁੰਦੇ ਆ। 1 ਇੰਚ ਦੇ ਵਿੱਚ 25.4 mm, ਉਹਨੂੰ ਆਪਾਂ ਸੈਂਟੀਮੀਟਰ 'ਚ ਕਨਵਰਟ ਕਰਤਾ, 10 ਨਾਲ ਡਿਵਾਈਡ ਕਰਤਾ 2.54 ਸੈਂਟੀਮੀਟਰ। 1 ਸੈਂਟੀਮੀਟਰ ਨੂੰ ਫਿਰ ਆਪਾਂ ਮੀਟਰ 'ਚ ਵੀ ਡਿਵਾਈਡ ਕਰਤਾ। 1 ਮੀਟਰ ਦੇ ਵਿੱਚ 100 ਸੈਂਟੀਮੀਟਰ ਹੁੰਦੇ, ਸੋ ਆਪਾਂ ਡਿਵਾਈਡ ਕਰਤਾ ਉਹਨੂੰ ਫਿਰ 100 ਦੇ ਨਾਲ 0.025 ਮੀਟਰ। ਸੋ ਆਪਾਂ 1 ਫੁੱਟ ਨੂੰ ਜੇ ਆਪਾਂ ਮਿਲੀਮੀਟਰ 'ਚ ਕਨਵਰਟ ਕਰਨਾ ਹੋਵੇ ਵੀ ਕਰ ਸਕਦੇ ਹਾਂ ਰਿਲੇਸ਼ਨ ਯੂਜ਼ ਕਰਕੇ। 1 ਇੰਚ ਬਰਾਬਰ ਹੈ 25.4 mm, 1 ਇੰਚ ਬਰਾਬਰ ਹੈ 12, 1 ਫੁੱਟ ਬਰਾਬਰ ਹੈ 12 ਇੰਚ, ਸੋ ਆਪਾਂ ਇੰਚ ਦੇ mm ਬਣਾਤੇ। 1 ਇੰਚ ਬਰਾਬਰ ਹੈ 25.4 mm ਦਾ, ਸੋ 12 ਇੰਚ ਇੰਟੂ 25.4 ਕੋਲ ਆ ਜਾਂਦਾ 304.8 mm। ਸੋ 304.8 mm ਦਾ 1 ਫੁੱਟ ਬਣਦਾ ਹੈ। ਸੋ ਆਪਾਂ ਦੇਖਦੇ ਹਾਂ ਆਪਣੇ ਸਟੀਲ ਰੂਲ ਦੇ ਉੱਪਰ ਜਿਹੜਾ 1 ਫੁੱਟ ਸ਼ੋ ਹੁੰਦਾ ਹੈ ਉਹ ਹੁੰਦਾ ਸਾਡੇ ਕੋਲ 305 mm ਦਾ ਬਣਿਆ ਹੁੰਦਾ ਹੈ, ਕਿਉਂਕਿ ਪੋਸੀਬਲ ਨਹੀਂ ਹੈ ਉਹਦੇ ਉੱਪਰ 304.8 mm ਸ਼ੋ ਕਰਨਾ, ਇਸ ਕਰਕੇ ਉਹਦੇ ਉੱਪਰ 305 mm ਬਣਾਏ ਹੁੰਦੇ। ਉਸ ਤੋਂ ਬਾਅਦ ਪਾਊਂਡ ਨੂੰ ਵੀ ਕਿਲੋਗ੍ਰਾਮ 'ਚ ਕਨਵਰਟ ਕੀਤਾ ਜਾ ਸਕਦਾ ਹੈ, ਕਿਲੋਗ੍ਰਾਮ ਨੂੰ ਵੀ ਪਾਊਂਡ 'ਚ ਕੀਤਾ ਜਾ ਸਕਦਾ ਹੈ। ਮੈਟ੍ਰਿਕ ਨੂੰ ਵੀ ਬ੍ਰਿਟਿਸ਼ ਕਨਵਰਟ ਕਰ ਸਕਦੇ ਹਾਂ ਆਪਾਂ। ਮੈਟ੍ਰਿਕ ਨੂੰ ਬ੍ਰਿਟਿਸ਼ ਕਨਵਰਟ ਕਰਨ ਲਈ ਉਹੀ ਰਿਲੇਸ਼ਨ ਹੈ
1 ਇੰਚ ਦੇ ਵਿੱਚ ਮੀਟਰ ਦੇਖ ਲਿਆ ਆਪਾਂ ਕਿੰਨੇ ਹੈ, ਠੀਕ ਹੈ। ਉਸ ਨੂੰ ਆਪਾਂ ਮੀਟਰ ਨੂੰ ਕਨਵਰਟ ਕਰ ਲਿਆ ਇੰਚ ਦੇ ਵਿੱਚ, ਸਾਡੇ ਕੋਲ ਆ ਗਿਆ 39.37 ਇੰਚ ਆ ਗਿਆ। ਸੋ 1 ਮੀਟਰ ਦੇ ਆਪਣੇ ਫੁੱਟ ਵੀ ਕਨਵਰਟ ਹੋ ਗਿਆ ਆਪਣੇ ਕੋਲ, ਕਿਉਂਕਿ ਇਹ 1 ਫੁੱਟ ਦੇ ਵਿੱਚ 12 ਇੰਚ ਹੁੰਦੇ, ਇਸ ਕਰਕੇ ਇਹਨੂੰ 12 ਨਾਲ ਡਿਵਾਈਡ ਕਰਤਾ ਹੈ, ਸਾਡੇ ਕੋਲ ਆ ਗਿਆ 3.28 ਫੁੱਟ ਆ ਗਿਆ। ਇਹਨੂੰ ਕਨਵਰਟ ਕਰਨਾ ਹੈ। ਹੁਣ ਸਾਨੂੰ ਪਤਾ ਹੈ ਕਿ ਦੁਨੀਆ ਦੀ ਸਭ ਤੋਂ ਟਾਲੈਸਟ ਬਿਲਡਿੰਗ ਹੈ ਉਹ ਬੁਰਜ ਖਲੀਫਾ ਹੈ, ਜੋ ਕਿ ਦੁਬਈ ਦੇ ਵਿੱਚ ਹੈ। ਉਹਦੀ ਹਾਈਟ 828 ਮੀਟਰਸ ਹੈ। ਆਪਾਂ ਇਹਨੂੰ ਕਨਵਰਟ ਕਰਨਾ ਹੈ ਮੀਟਰਸ ਨੂੰ ਫੁੱਟ ਦੇ ਵਿੱਚ, ਕਿ ਆਪਾਂ ਦੇਖਣਾ ਚਾਹੁੰਦੇ ਹਾਂ ਕਿ ਫੁੱਟ ਦੇ ਵਿੱਚ ਕਿੰਨੀ ਹੈ ਲੰਬਾਈ, ਇਹਦੀ ਫੁੱਟ ਦੇ ਵਿੱਚ ਹਾਈਟ ਕਿੰਨੀ ਹੈ। ਸੋ ਉਹਦੇ ਲਈ ਆਪਾਂ ਹੁਣ ਇਹ ਰਿਲੇਸ਼ਨ ਜਿਹੜਾ ਫਾਈਂਡ ਆਊਟ ਕੀਤਾ ਹੈ, 1 ਮੀਟਰ ਬਰਾਬਰ ਹੈ 3.2808 ਫੁੱਟ, ਉਹੀ ਆਪਾਂ ਯੂਜ਼ ਕਰ ਲਵਾਂਗੇ। ਸੋ ਆਪਾਂ 3.28 ਯੂਜ਼ ਕਰ ਲੈਣੇ ਆ। 828 ਮੀਟਰ ਨੂੰ ਕਨਵਰਟ ਕਰ ਲਿਆ ਆਪਾਂ ਫੁੱਟ ਦੇ ਵਿੱਚ, 3.28 ਨਾਲ ਮਲਟੀਪਲਾਈ ਕਰ ਲਿਆ, ਸਾਡੇ ਕੋਲ ਡਿਸਟੈਂਸ ਜਿਹੜੀ ਇਹਦੀ ਹਾਈਟ ਆਈ ਹੈ ਉਹ ਆਈ ਹੈ 2716 ਫੁੱਟ, 2716 ਫੁੱਟ ਆਈ ਹੈ। ਸੋ ਆਪਾਂ ਈਜ਼ੀਲੀ ਕਨਵਰਟ ਕਰ ਸਕਦੇ ਹਾਂ। ਉਸ ਤੋਂ ਬਾਅਦ ਆਪਣੇ ਕੋਲ ਸੈਕੰਡਰੀ ਯੂਨਿਟਸ ਵੀ ਹੈਗੇ ਆ ਜਿਨ੍ਹਾਂ ਵਿੱਚ ਗੱਲ ਹੁੰਦੀ ਹੈ, MKS ਹੈ, CGS ਹੈ, FPS ਹੈ। MKS ਦਾ ਮਤਲਬ ਹੈ ਇਹ ਜਿਹੜਾ ਪਹਿਲਾ ਯੂਨਿਟ ਹੈ, ਜਿਹੜਾ ਪਹਿਲਾ ਲੈਟਰ ਹੈ ਉਹ ਸਾਨੂੰ ਦੱਸਦਾ ਹੈ ਕਿ ਲੰਬਾਈ ਦਾ ਯੂਨਿਟ ਹੈ। ਦੂਸਰਾ ਲੈਟਰ ਸਾਨੂੰ ਦੱਸੇਗਾ ਕਿ weight ਦਾ ਯੂਨਿਟ ਹੈ। ਤੀਸਰਾ ਲੈਟਰ ਸਾਨੂੰ ਦੱਸੇਗਾ ਕਿ ਟਾਈਮ ਦਾ ਯੂਨਿਟ ਹੈ। ਹੁਣ ਜਿਵੇਂ ਕਿ MKS ਹੈ, MKS ਦੇ ਵਿੱਚ M ਲੰਬਾਈ ਦਾ ਯੂਨਿਟ ਹੈ। ਲੰਬਾਈ ਦਾ ਯੂਨਿਟ ਆਪਣੇ ਕੋਲ ਮੀਟਰ ਹੀ ਹੈ M ਦੇ ਨਾਲ। ਕਿ ਜਿਹੜਾ weight ਦਾ ਯੂਨਿਟ ਹੈ, weight ਦਾ ਯੂਨਿਟ ਸਾਡੇ ਕੋਲ ਕਿਲੋਗ੍ਰਾਮ ਹੈ। ਉਸ ਤੋਂ ਬਾਅਦ ਤੀਸਰਾ ਜਿਹੜਾ ਲੈਟਰ ਹੈ ਟਾਈਮ ਨਾਲ ਰਿਲੇਟਡ ਹੈ, S ਦਾ ਮਤਲਬ ਸੈਕਿੰਡ ਹੈ। ਸਿਮਿਲਰਲੀ CGS ਦੇ ਵਿੱਚ C ਦਾ ਮਤਲਬ ਸੈਂਟੀਮੀਟਰ ਹੈ, G ਦਾ ਮਤਲਬ weight ਗ੍ਰਾਮ ਹੈ, S ਦਾ ਮਤਲਬ ਸੈਕਿੰਡ ਹੈ। ਤੇ FPS ਵੀ ਇਦਾਂ ਹੀ ਹੈ, F ਦਾ ਮਤਲਬ ਲੈਂਥ ਦੇ ਵਿੱਚ ਫੁੱਟ ਹੈ, weight ਦਾ ਪਾਊਂਡ ਹੈ ਤੇ ਟਾਈਮ ਦਾ ਸੈਕਿੰਡ ਹੈ। तो थैंक यू कहना चाहूंगा तुम सारे का। If anybody have queries, you may ask. ਲਖਵਿੰਦਰ ਸਰ, हाँ जी सर। ਮੈਂ ਅਨਮਿਊਟ ਕਰਦਾ ਜੀ ਸਾਰਿਆਂ ਨੂੰ, ठीक है सर। ਤੇ ਜੇ ਕਿਸੇ ਦੀ ਕੁਆਰੀ ਤੁਸੀਂ ਆਪਣੇ ਨੂੰ ਅਨਮਿਊਟ ਕਰ ਲੈਣਾ ਕਿਉਂਕਿ ਕਮਾਂਡ ਨੂੰ ਲਾਵਾਂਗਾ। ਤੇ ठीक है ਕਿਸੇ ਦੀ ਕੁਆਰੀ, ਪਾਰਟਿਸਿਪੈਂਟਸ ਪਲੀਜ਼ ਆਪਣੇ ਆਪ ਨੂੰ, ਜਿਨ੍ਹਾਂ ਦੀ ਕੋਈ ਕੁਐਰੀ ਹੈ ਉਹੀ ਅਨਮਿਊਟ ਕਰਕੇ ਕੁਐਸਚਨ ਪੁੱਛੋ, ਬਾਕੀ ਮਿਊਟ ਹੀ ਰਹੋ ਕਿਉਂਕਿ ਡਿਸਟਰਬੈਂਸ ਬਹੁਤ ਹੋ ਜਾਂਦੀ ਹੈ। So if anybody having problem or any question, then please ask by unmute yourself. So ठीक है जी, पूछ सकते हो ਤੁਸੀਂ ਕੁਐਸਚਨ ਜੇ ਕਿਸੇ ਨੇ ਕੋਈ ਕੁਐਸਚਨ। ਲਖਵਿੰਦਰ ਸਰ ਅਨਮਿਊਟ ਕਰ ਲਿਓ ਜੀ ਆਪਣੇ ਆਪ ਨੂੰ। ਲਖਵਿੰਦਰ ਸਰ कर लिया सर। हाँ ठीक है जी। है जी किसी की कोई क्वेरी? ਤੇ ਨਹੀਂ ਤੇ ਫਿਰ ਐਂਡ ਕਰੀਏ ਆਪਾਂ ਮੀਟਿੰਗ ਦਾ। ਤੇ ਬਾਕੀ ਸਰ ਦਾ ਮੋਬਾਈਲ ਨੰਬਰ ਤੇ ਈਮੇਲ ਆਈਡੀ ਸਕਰੀਨ ਤੇ ਸ਼ੋ ਹੋ ਰਿਹਾ ਹੈ, ਸੋ ਯੂ ਕੈਨ ठीक है लखविंदर जी, करिए जी एंड। हाँ जी सर। हाँ ठीक है जी, एंड कर रहे हैं जी। ओके ओके जी, थैंक यू।